ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਨੇ। ਅਸੀਂ ਮੈਡੀਕਲ ਖਿੱਤੇ ਨਾਲ ਜੁੜੇ ਕੁਝ ਖੋਜਾਂ ਤੇ ਕੁਝ ਸਵਾਲਾਂ ਦੇ ਉੱਤੇ ਚਰਚਾ ਕਰਾਂਗੇ। ਪਿਛਲੇ ਕਾਫੀ ਦਿਨਾਂ ਤੋਂ ਇੱਕ ਚਰਚਾ ਜਿਹੜੀ ਚੱਲ ਰਹੀ ਆ ਕਿ ਵੀਡੀਓਜ਼ ਜਿਹੜੀਆਂ ਨੇ ਡਾਕਟਰ ਸਾਹਿਬਾਨ ਦੀਆਂ ਵਾਇਰਲ ਕਰ ਦਿੱਤੀਆਂ ਜਾਂਦੀਆਂ। ਇੰਟਰਵਿਊਜ਼ ਅਸੀਂ ਕਰਦੇ ਹਾਂ ਜਾਂ ਹੋਰ ਚੈਨਲਾਂ ਵੱਲੋਂ ਵੀ ਕੀਤੀਆਂ ਜਾਂਦੀਆਂ, ਉਹਨੂੰ ਕੋਈ ਨਾ ਕੋਈ ਇੱਧਰ ਉੱਧਰ ਦਾ ਗੁੰਮਰਾਹਕੁਨ ਸਿਰਲੇਖ ਦੇ ਕੇ ਉਹਦੇ ਵਿੱਚੋਂ ਕੁਝ ਅੰਸ਼ ਕੱਢ ਕੇ ਜਿਹੜੇ ਉਹਨਾਂ ਨੂੰ ਫਿੱਟ ਲੱਗਦੇ ਨੇ, ਜਿਹਦੇ ਨਾਲ ਕਿ ਲੋਕਾਂ ਦੇ ਵਿੱਚ ਇੱਕ ਤਰੀਕੇ ਦਾ ਲੋਕਾਂ ਨੂੰ ਭਰਮਾਉਣਾ ਜਾਂ ਗੁੰਮਰਾਹ ਕਰਨਾ, ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ। ਉਹਨੂੰ ਲੈ ਕੇ ਅਸੀਂ ਸਭ ਤੋਂ ਪਹਿਲਾਂ ਇਹ ਸਾਫ਼ ਕਰ ਦਿੰਨੇ ਆ। ਡਾਕਟਰ ਸਾਹਿਬ ਵੀ ਇਹਦੇ ਉੱਤੇ ਸਾਫ਼ ਕਰਨਗੇ ਕਿ ਆਖਿਰਕਾਰ ਉਹ ਕੀ ਕਹਿਣਾ ਚਾਹੁੰਦੇ ਸੀ ਤੇ ਉਹਨੂੰ ਕਿਸ ਸੰਦਰਭ ਦੇ ਵਿੱਚ ਵਾਇਰਲ ਕਰਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਰੂਆਤ ਇੱਥੋਂ ਹੀ ਕਰਿਓ। ਸਤਿ ਸ਼੍ਰੀ ਅਕਾਲ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਮੈਂ ਤਾਂ ਖੈਰ ਕੋਈ ਨਾ ਤਿੰਨਾਂ ਚ ਨਾ ਤੇਰਾਂ ਚ ਲੋਕ ਤਾਂ ਵੱਡੇ ਵੱਡੇ ਲੋਕਾਂ ਨੂੰ ਵੀ, ਭਾਵੇਂ ਉਹ ਸਾਡੇ ਪਹਿਲਾਂ ਪ੍ਰਾਈਮ ਮਿਨਿਸਟਰ ਸਾਹਿਬ ਸਨ ਜਾਂ ਕੋਈ ਵੀ ਸਿਆਸਤਦਾਨ ਦਾ ਕੁਝ ਵੀ ਨਿੱਕਾ ਜਿਹਾ ਯਾਨੀ 18 ਸਕਿੰਟ ਦਾ ਕਲਿੱਪ ਕੱਢ ਕੇ ਉਹਦੇ ਅੱਗੇ ਪਿੱਛੇ ਜੋ ਮਰਜ਼ੀ ਜੋੜ ਕੇ ਇਹ ਵਰਤਾਰਾ ਬਣ ਚੁੱਕਿਆ ਕਿ ਉਹਦੇ ਵਿੱਚੋਂ ਖਿਮਾ ਕਰਿਓ ਕੁਝ ਕੁ ਲੋਕ ਨੇ ਜੋ ਇਹ ਗੁੰਮਰਾਹ ਕਰਨ ਵਿੱਚ ਬੜੇ ਕਹਿ ਲਓ ਕਿ ਇਸ ਚੀਜ਼ 'ਚ ਆਪ ਹਾਸਲ ਕਰ ਚੁੱਕੇ ਨੇ ਸਾਰਾ ਕੁਝ, ਜਿਹਦੇ ਨਾਲ ਉਹ ਲੋਕਾਂ ਨੂੰ ਭਰਮਾ ਕੇ ਜੋੜਦੇ ਨੇ, ਵਿੱਚੋਂ ਆਪਣਾ ਮਤਲਬ ਜਾਂ ਆਪਣਾ ਮਕਸਦ ਜੋ ਕਰਨਾ ਹੁੰਦਾ ਪੂਰਾ ਕੱਢ ਲੈਂਦੇ ਨੇ। ਸੋ ਅੱਜ ਦਾ ਪ੍ਰੋਗਰਾਮ ਵੀ ਬੜਾ ਗੰਭੀਰ ਵਿਸ਼ੇ ਦੇ ਉੱਤੇ ਅਸੀਂ ਜੋ ਸ਼ੁਰੂ ਕੀਤਾ ਹੈ, ਉਹਦੇ 'ਚ ਵੀ ਮੇਰਾ ਖਿਆਲ ਹੈ ਆਪਾਂ ਦੋਨਾਂ ਵੱਲੋਂ ਹੀ ਇਹ ਡਿਸਕਲੇਮਰ ਪਹਿਲਾਂ ਹੀ ਕਹਿ ਦਿੰਦੇ ਹਾਂ, ਕਿਉਂਕਿ ਵਿਸ਼ਾ ਗੰਭੀਰ ਹੈ। ਉਹਦਾ ਅਗਲਾ ਜਾਂ ਪਿਛਲਾ ਹਿੱਸਾ ਤਰੋੜ ਮਰੋੜ ਕੇ ਜੇ ਕਿਸੇ ਨੇ ਕੱਢ ਕੇ ਕੋਈ ਵਿੱਚੋਂ ਕੁਝ ਸਕਿੰਟਾਂ ਦੀ ਲਾ ਕੇ ਅੱਗੋਂ ਤੋਰਨੀ ਹੋਏਗੀ, ਮੇਰਾ ਖਿਆਲ ਨਾਲ ਤੁਸੀਂ ਉਹਦੀ ਜ਼ਿੰਮੇਵਾਰੀ ਲੈ ਸਕਦੇ ਹੋ ਨਾ ਮੈਂ, ਕਿਉਂਕਿ ਉਹ ਜ਼ਿੰਮੇਵਾਰੀ ਫਿਰ ਉਹਨਾਂ ਦੇ ਉੱਤੇ ਹੀ ਪੈਂਦੀ ਹੈ ਜੋ ਇਹ ਗਲਤ ਪ੍ਰਚਾਰ ਕਰਦੇ ਨੇ, ਜਾਂ ਕੋਈ ਵੀ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਜੇ ਕਹਿ ਲਓ ਕਿ ਉਹਨਾਂ ਤੇ ਕੋਈ ਕੇਸ ਹੁੰਦਾ ਜਾਂ ਕੁਝ ਵੀ ਹੁੰਦਾ, ਤਾਂ ਉਹ ਆਪ ਜ਼ਿੰਮੇਵਾਰ ਹੋਣਗੇ ਜੋ ਇਸ ਤਰੀਕੇ ਦਾ ਕੂੜ ਪ੍ਰਚਾਰ ਕਰਨਗੇ। ਕਿਉਂਕਿ ਸਾਡਾ ਮਕਸਦ ਖੋਜਾਂ ਉੱਤੇ ਆਧਾਰਿਤ ਹੁੰਦਾ ਤੇ ਸਿਰਫ ਪੂਰੇ ਤੱਥਾਂ ਨੂੰ ਜੇ ਅੱਧ ਪਚੱਧ ਕਰਕੇ ਅੱਗੇ ਦਿੱਤਾ ਜਾਏਗਾ ਜਾਂ ਪਰੋਸਿਆ ਜਾਏਗਾ ਤਾਂ ਨੈਚੁਰਲੀ ਉਹ ਸਹੀ ਗੱਲ ਉਹਦੇ ਚੋਂ ਨਿਕਲਦੀ ਨਹੀਂ। ਸੋ ਅਸੀਂ ਸੂਝਵਾਨ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਦੋਂ ਤੁਸੀਂ ਪੂਰਾ ਪ੍ਰੋਗਰਾਮ ਸੁਣਦੇ ਹੋ, ਤੁਹਾਨੂੰ ਆਪੇ ਹੀ ਸਮਝ ਆ ਜਾਂਦੀ ਹੈ ਕਿਸ ਵਿਸ਼ੇ ਤੇ ਕਿਸ ਤਰੀਕੇ ਗੱਲਬਾਤ ਚੱਲ ਰਹੀ ਸੀ, ਜਿਸ ਦਾ ਵਿਚਲਾ ਕੁਝ ਟੋਟਾ ਕੱਢ ਕੇ ਆਪਣੇ ਮਕਸਦ ਨਾਲ ਜਿਵੇਂ ਕੋਈ ਹੋਰ ਵਰਤ ਲੈਂਦਾ, ਉਹ ਬਿਲਕੁਲ ਗਲਤ ਹੈ। ਜੀ ਬਿਲਕੁਲ ਸਹੀ ਗੱਲ ਆ ਤੁਹਾਡੀ। ਲੋਕ ਇਸ ਗੱਲ ਨੂੰ ਲੈ ਕੇ ਸੁਚੇਤ ਰਹਿਣ। ਕੋਸ਼ਿਸ਼ ਸਾਡੀ ਮਕਸਦ ਇੱਕੋ ਇੱਕ ਹੁੰਦਾ ਹੈ ਕਿ ਡਾਕਟਰ ਸਾਹਿਬ ਨੂੰ ਤੁਹਾਡੇ ਰੂਬਰੂ ਕਰਕੇ ਤੁਹਾਨੂੰ ਜਾਗਰੂਕ ਕੀਤਾ ਜਾਵੇ। ਜਿਹੜੀਆਂ ਆਲੇ ਦੁਆਲੇ ਘਟਨਾਵਾਂ ਵਾਪਰਦੀਆਂ ਜਾਂ ਖੋਜਾਂ ਹੁੰਦੀਆਂ ਨੇ, ਜਿਹੜੀਆਂ ਮੈਡੀਕਲ ਦੇ ਖਿੱਤੇ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਜਿਹੜੀਆਂ ਕਹਿ ਸਕਦੇ ਹਾਂ ਕਿ ਤਰੁੱਟੀਆਂ ਵੀ ਹੁੰਦੀਆਂ ਨੇ, ਉਹਨਾਂ ਉੱਤੇ ਅਸੀਂ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਮੈਡਮ ਹੁਣ ਅੱਜ ਦੇ ਵਿਸ਼ੇ ਤੋਂ ਸ਼ੁਰੂ ਕਰਦਾ ਕਿ ਮੈਡੀਕਲ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਇੱਕ ਚਰਚਾ ਹੋਰ ਚੱਲ ਰਹੀ ਹੈ ਕਿ ਗੱਫੇ ਬਹੁਤ ਵੱਡੇ ਦਿੱਤੇ ਜਾਂਦੇ ਨੇ ਡਾਕਟਰਾਂ ਨੂੰ, ਜਾਂ ਕੁਝ ਖੋਜਾਂ ਵੀ ਡਾਕਟਰਾਂ ਦੇ ਉੱਤੇ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਕਿ ਕਿਸ ਢੰਗ ਦੇ ਨਾਲ ਉਮਰ ਛੋਟਾ ਹੋਣਾ, ਇਹ ਸਾਰਾ ਕੁਝ। ਬਿਲਕੁਲ, ਕਿਉਂਕਿ ਸਿੱਧਾ ਮੇਰੇ ਪੇਸ਼ੇ ਤੇ ਹੀ ਵਾਰ ਹੈ ਤੇ ਮੈਂ ਆਪ ਉਮਰ ਇਸ ਦੇ ਵਿੱਚ ਹੰਢਾਈ ਹੈ। ਬਥੇਰੇ ਅਸੀਂ ਵਿਦਿਆਰਥੀਆਂ ਨੂੰ ਪੜ੍ਹਾਇਆ ਵੀ ਹੈ ਤੇ ਬਥੇਰੇ ਵੱਡੇ ਵੱਡੇ ਤਗੜੇ ਤਗੜੇ ਉਸਤਾਦਾਂ ਦੇ ਕੋਲੋਂ ਪੜ੍ਹੇ। ਸੋ ਮੈਨੂੰ ਪਤਾ ਜੇ ਜਿਸ ਤਰੀਕੇ ਦਾ ਸਿੱਧਾ ਤੁਸੀਂ ਵਾਰ ਕਰ ਰਹੇ ਹੋ, ਜੋ ਹੁਣੇ ਸੁਪਰੀਮ ਕੋਰਟ ਵੱਲੋਂ ਵੀ ਚਿੰਤਾ ਦਾ ਵਿਸ਼ਾ ਜ਼ਾਹਰ ਕੀਤਾ, ਉਸ ਤੋਂ ਪਹਿਲਾਂ ਮੈਂ ਦੋ ਗੱਲਾਂ ਬਿਲਕੁਲ ਸਪਸ਼ਟ ਕਰਦੇ ਹਾਂ। ਦੇਖੋ, ਮੈਂ ਜੱਜ ਨਹੀਂ ਹਾਂ ਤੇ ਨਾ ਮੈਂ ਕਿਤੇ ਇਹ ਕਹਾਂ ਕਿ ਮੇਰਾ ਅਧਿਕਾਰ ਖੇਤਰ ਹੈ ਤੇ ਮੈਂ ਇਹ ਕਹਿ ਸਕਦੀ ਹਾਂ ਕਿ ਮੇਰਾ ਸਮੁੱਚਾ ਪਰਿਵਾਰ ਡਾਕਟਰਾਂ ਦਾ ਜੋ ਦੁਨੀਆ ਭਰ ਚ ਫੈਲਿਆ ਸਾਰੇ ਦੇ ਸਾਰੇ ਸਹੀ ਹੋਣਗੇ। ਮੈਂ ਬਿਲਕੁਲ ਇਹ ਕਲੇਮ ਨਹੀਂ ਕਰ ਸਕਦੀ। ਨਾ ਮੈਂ ਇਹ ਕਲੇਮ ਕਰ ਸਕਦੀ ਹਾਂ ਕਿ ਸਾਰੇ ਦੇ ਸਾਰੇ ਗਲਤ ਹੋਣਗੇ। ਸੋ ਇਹ ਕਹਿਣਾ, ਕਿਉਂਕਿ ਉਸ ਸਮਾਜ ਦੇ ਵਿੱਚ ਜਿੱਥੇ ਸਾਡੇ ਮੋਢੀ ਕਹਿ ਸਕਦੇ ਹਾਂ ਕਿ ਜਿੱਥੇ ਸਾਡੇ ਬਹੁਤ ਸਾਰੇ ਸਿਆਸਤਦਾਨ ਜਾਂ ਉਹਨਾਂ ਦੇ ਹੇਠਲੇ ਉੱਚ ਕੋਟੀ ਦੇ ਅਫਸਰ ਜਿਨ੍ਹਾਂ ਦੇ ਖਿਲਾਫ ਇੰਨਾ ਕੁਝ ਨਿਕਲਦਾ ਆਉਂਦਾ, ਜਿਸ ਦਲਦਲ ਦੇ ਵਿੱਚ ਅਸੀਂ ਸਾਰੇ ਚੁਫੇਰੇ ਧਰਦੇ ਹਾਂ, ਉਹਨਾਂ ਵਿੱਚ ਬਹੁਤ ਲੋਕ ਅਜਿਹੇ ਨੇ ਜਿਹੜੇ ਕਮੈਂਟਸ ਕੱਟਦੇ ਨੇ, ਕਿੰਤੂ ਪਰੰਤੂ ਕਰਦੇ ਨੇ, ਦੂਜੇ ਤੇ ਉਂਗਲ ਚੱਕਦੇ ਨੇ। ਇਹ ਨਹੀਂ ਗੌਰ ਕਰਦੇ ਕਿ ਸਾਡੀਆਂ ਬਾਕੀ ਦੀਆਂ ਚਾਰ ਉਂਗਲਾਂ ਸਾਡੇ ਵੱਲ ਹੀ ਇਸ਼ਾਰਾ ਕਰ ਰਹੀਆਂ ਹੁੰਦੀਆਂ ਨੇ। ਸੋ ਇਹ ਦੂਜਿਆਂ ਤੇ ਉਂਗਲਾਂ ਚੁੱਕਣ ਵਾਲਿਆਂ ਵਿੱਚ ਕਾਫੀ ਉਹ ਹੁੰਦੇ ਨੇ ਜਿਹੜੇ ਆਪ ਲਾਲ ਬੱਤੀ ਟੱਪ ਜਾਂਦੇ ਨੇ
ਬਥੇਰੇ ਨੇ ਜਿਹੜਾ ਆਪਣਾ ਕੰਮ ਕੱਢਣ ਲਈ ਘੂਸ ਵੀ ਦੇ ਦਿੰਦੇ ਨੇ, ਲਓ ਜੀ ਮੇਰਾ ਤਾਂ ਕਰ ਲੈ, ਫੜ ਜੇਬ 'ਚ ਪਾ। ਉਹ ਚੀਜ਼ਾਂ ਸ਼ਾਇਦ ਉਹਨਾਂ ਦੇ ਖਿਆਲ 'ਚ ਨਹੀਂ ਹੁੰਦੀਆਂ ਕਿ ਅਸੀਂ ਵੀ ਕੋਈ ਗਲਤ ਕੰਮ ਕੀਤਾ, ਜਾਂ ਇਹੋ ਚੀਜ਼ਾਂ ਕਰਦੇ ਕੋਈ ਸੜਕ ਤੇ ਤੁਰਦਾ ਜੇ ਆਪਣੇ ਅੰਦਰੋਂ ਗੰਦਗੀ ਸਾਰੀ ਕਾਰ ਤੋਂ ਬਾਹਰ ਸੁੱਟ ਰਿਹਾ, ਤਾਂ ਇਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਕਿਤੇ ਨਾ ਕਿਤੇ ਤੁਹਾਡੀਆਂ ਊਣਤਾਈਆਂ ਹੀ ਦੱਸ ਰਹੀਆਂ ਹੁੰਦੀਆਂ। ਤਾਂ ਮੈਂ ਕਹਾਂ ਕਿ ਮੈਂ ਮੁਕੰਮਲ ਠੀਕ ਹਾਂ, ਬਿਲਕੁਲ ਵੀ ਨਹੀਂ। ਹੋ ਸਕਦਾ ਮੇਰੇ 'ਚ ਅੰਬਾਰ ਲੱਗੇ ਆ ਊਣਤਾਈਆਂ ਦੇ। ਬਿਲਕੁਲ ਇਸੇ ਤਰ੍ਹਾਂ ਹਰ ਕਿਸੇ ਨੂੰ ਜੋ ਸਮਝਦਾ ਮੈਂ ਸੰਪੂਰਨ ਆ ਤੇ ਦੂਜੇ ਤੇ ਉਂਗਲ ਚੁੱਕ ਸਕਦਾ, ਉਸ ਤੋਂ ਪਹਿਲਾਂ ਉਹਨੂੰ ਆਪਣੇ ਅੰਦਰ ਝਾਤ ਮਾਰਨ ਦਾ ਢੰਗ ਆਉਣਾ ਚਾਹੀਦਾ। ਖੈਰ, ਇੱਕ ਆਵਾਜ਼ ਉੱਠੀ ਸੀ, 100,000 ਕਰੋੜ ਡਾਕਟਰਾਂ ਨੂੰ ਦਿੱਤਾ ਗਿਆ। ਇਹਦੇ ਵਿੱਚ ਕੁਝ ਖਾਣ ਪੀਣ ਵਾਲੇ ਹੋਣਗੇ। ਮੈਂ ਤਾਂ ਪਹਿਲੇ ਹੀ ਕਿਹਾ, ਮੇਰਾ ਅਧਿਕਾਰ ਖੇਤਰ ਹੀ ਨਹੀਂ ਕਿ ਮੈਂ ਜੱਜ ਬਣ ਕੇ ਕਿਸੇ ਦਾ ਫੈਸਲਾ ਕਰ ਸਕਾਂ। ਕਿਸੇ ਨੇ ਲਿਆ ਜਾਂ ਨਹੀਂ ਲਿਆ, ਇਹ ਫੈਸਲਾ ਕਰਨਾ ਸਾਡੇ ਜੱਜ ਸਾਹਿਬਾਨ ਦਾ ਕੰਮ ਹੈ। ਕੁਝ ਕੁ ਤੱਥ ਜੋ ਮੇਰੇ ਕੋਲ ਪਹੁੰਚੇ, ਮੈਂ ਸਿਰਫ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ, ਇਹ ਸਪਸ਼ਟ ਕਰਨ ਲਈ ਕਿ ਹਰ ਬੰਦਾ ਹਮੇਸ਼ਾ ਹੀ ਇਸ ਤਰ੍ਹਾਂ ਦੇ ਦਲਦਲ ਵਿੱਚ ਲਿਪਤ ਨਹੀਂ ਹੁੰਦਾ। ਪਹਿਲੀ ਚੀਜ਼, ਜੋ ਤੱਥ ਮੇਰੇ ਕੋਲ ਪਹੁੰਚੇ, ਉਹਨਾਂ ਨੇ ਕਿਹਾ ਕਿ 1000 ਕਰੋੜ ਉਹਨਾਂ ਨੇ ਡਾਕਟਰਾਂ ਨੂੰ ਦਿੱਤਾ। ਇਹ ਤੱਥ ਮੇਰੇ ਕੋਲ ਜੋ ਨੇ ਉਹਦੇ 'ਚ ਹੈ ਕਿ ਉਹਨਾਂ ਦੀ ਟੋਟਲ ਸੇਲ ਜੋ ਡੋਲੋ ਦਵਾਈ ਦੀ ਹੋਈ, ਉਹ ਸਿਰਫ 300 ਕਰੋੜ ਦੀ ਸੀ। 1500 ਕਰੋੜ ਦੀ ਇਹ ਕੰਪਨੀ ਦੀ ਆਪਣੀ ਉਹਨਾਂ ਨੇ ਦੱਸਿਆ ਕਿ ਸਾਡੀ ਹੈ, ਜਿਸ ਦੇ ਵਿੱਚ ਇੱਕ ਖਾਸ ਧਿਆਨ ਰੱਖਿਓ ਕਿ ਡੋਲੋ 500 ਮਿਲੀਗ੍ਰਾਮ ਦੀ ਜਿਹੜੀ ਗੋਲੀ ਹੈ, ਪ੍ਰਾਈਸ ਕੰਟਰੋਲ 'ਚ ਹੈ। ਯਾਨੀ ਉਹਨੂੰ ਹਮੇਸ਼ਾ ਹੀ ਭਾਵੇਂ ਜਿਹੜਾ ਵੀ ਡਾਕਟਰ ਲਿਖੇ ਜਾਂ ਨਾ ਲਿਖੇ, ਉਹਦੇ ਉੱਤੇ ਗਵਰਨਮੈਂਟ ਵੱਲੋਂ ਹੀ ਇੱਕ ਪ੍ਰਾਈਸ ਟੈਗ ਲੱਗ ਚੁੱਕਿਆ ਕਿ ਇਸ ਤੋਂ ਮਹਿੰਗੀ ਵਿਕ ਹੀ ਨਹੀਂ ਸਕਦੀ। ਉਹਦੇ ਵਿੱਚ ਸਿਰਫ ਇੱਕ ਡੋਲੋ 650 ਵਾਲੀ ਸੀ, ਜਿਹੜੀ ਉਹ ਆਪਣੀ ਮਰਜ਼ੀ ਨਾਲ ਦੇ ਸਕਦੇ ਸਨ, ਜਿਹੜੀ ਕਿ ਸਿਰਫ ਤੇ ਸਿਰਫ ਵੱਡੇ ਲੋਕ ਹੀ ਵਰਤ ਸਕਦੇ ਨੇ। ਯਾਨੀ ਜਿਵੇਂ ਅਸੀਂ, ਮੇਰੇ ਵਾਂਗ, ਜਿਵੇਂ ਮੈਂ ਬੱਚਿਆਂ ਦੀ ਡਾਕਟਰ ਹਾਂ, ਤੇ ਮੇਰੇ ਵਰਗੇ ਸ਼ਾਇਦ ਜਿਹੜੇ ਹੋਰ ਲੱਖਾਂ ਬੱਚਿਆਂ ਦੇ ਡਾਕਟਰ ਬਾਹਰ ਹੋ ਗਏ, ਕਿਉਂਕਿ ਇਹ ਲਿਖਣੀ ਹੀ ਸਿਰਫ ਨੈਚੁਰਲੀ ਜਿਹੜੀ ਪ੍ਰਾਈਸ ਕੰਟਰੋਲ ਵਿੱਚ ਹੈ, ਉਹ ਤਾਂ ਲਿਖੀ ਜਿੰਨਾ ਮਰਜ਼ੀ ਵੀ ਲਿਖੀ ਜਾਓ, ਨਾ ਕੰਪਨੀ ਨੂੰ ਫਾਇਦਾ, ਨਾ ਡਾਕਟਰ ਨੂੰ, ਨਾ ਕਿਸੇ ਨੂੰ ਵੀ ਫਾਇਦਾ ਨਹੀਂ। ਉਹ ਗਵਰਨਮੈਂਟ ਨੇ ਹੀ ਆਧਾਰ ਕਰ ਦਿੱਤੀ ਹੈ ਪ੍ਰਾਈਸ। ਹੁਣ ਇਹ 650 ਵਾਲੀ ਜਿਹੜੀ ਕਿ ਪਹਿਲਾਂ ਅੱਗੇ ਹੀ ਬਹੁਤ ਲਿਮਿਟ ਹੋ ਗਈ, ਥੋੜੀ ਮਾਤਰਾ ਜਿਹੜੀ ਰਹਿ ਗਈ, ਉਹਦੇ 'ਚ ਵੀ 1000 ਕਰੋੜ ਦੇਣੇ, ਜਿਸ ਵਿੱਚ ਤਰੀਕੇ ਜਾਂ ਢੰਗ ਕੀ ਵਰਤਦੀਆਂ ਨੇ ਕੰਪਨੀਆਂ ਕਿ ਕਿਸੇ ਇੱਕ ਨੂੰ ਸਪਾਂਸਰ ਕਰ ਦੇਣਾ ਕਾਨਫਰੰਸ ਵਿੱਚ, ਜਿੱਥੇ ਉਹਦਾ ਲੰਚ, ਡਿਨਰ, ਉਹਦਾ ਸਫ਼ਰ ਦਾ ਆਣਾ ਜਾਣਾ, ਉਹਦੀ ਰਜਿਸਟ੍ਰੇਸ਼ਨ, ਯਾਨੀ ਇਸ ਤਰੀਕੇ ਦਾ ਖਰਚਾ ਜੋ ਆਮ ਕੀਤਾ ਜਾਂਦਾ ਸੀ ਕਈ ਵਾਰ, ਉਹ ਵੀ ਸਿਰਫ ਬਹੁਤ ਉੱਚ ਕੋਟੀ ਦੇ ਸਿਖਰਲੇ ਡਾਕਟਰਾਂ ਤੇ ਹੀ ਕੀਤਾ ਜਾਂਦਾ, ਜਿਨ੍ਹਾਂ ਦਾ ਦਬਦਬਾ ਨੈਸ਼ਨਲ ਪੱਧਰ ਤੇ ਹੋਵੇ ਕਿ ਇਹ ਕਿਸੇ ਹੋਰ ਨੂੰ ਭਰਮਾ ਸਕਦੇ ਨੇ। ਯਾਨੀ ਉਹਨਾਂ ਕੋਲ ਕੋਈ ਅਜਿਹਾ ਅਹੁਦਾ ਹੈ ਜਾਂ ਬਹੁਤ ਉੱਚੇ ਕਿਸੇ ਵਿਦਿਅਕ ਸੰਸਥਾ ਨਾਲ ਜੁੜੇ ਨੇ, ਜਾਂ ਨਾਮਵਰ ਨੈਸ਼ਨਲ ਕਿਸੇ ਸੰਸਥਾ 'ਚ ਜੁੜੇ ਨੇ, ਜਿੱਥੋਂ ਉਹ ਕਿਸੇ ਹੋਰ ਤੇ ਪ੍ਰਭਾਵ ਪਾ ਸਕਣ। ਪਰ ਹਰ ਨਿੱਕੇ ਮੋਟੇ ਡਾਕਟਰ ਕੋਲ ਇਸ ਤਰ੍ਹਾਂ ਉਹ ਨਹੀਂ ਪਹੁੰਚਦੇ ਜਦੋਂ ਵੱਡੀ ਪੱਧਰ ਤੇ ਕਰਨਾ ਹੋਏ। ਹੁਣ ਇਹਦੇ ਵਿੱਚ ਜੇ ਆਪਾਂ ਦੇਖੀਏ, ਸਮਾਂ ਸੀ ਉਹ ਜਦੋਂ ਕੋਵਿਡ ਸੀ। ਜੀ। ਤੁਹਾਨੂੰ ਪਤਾ ਜੇ ਵੱਡੀ ਪੱਧਰ ਤੇ ਤਾਂ ਛੱਡੋ, ਆਊਟਡੋਰਸ ਬੰਦ ਸਨ, ਬੜੀ ਦੇਰ ਬੰਦ ਰਹੇ, ਆਪਰੇਸ਼ਨ ਥੀਏਟਰ ਬੰਦ ਰਹੇ। ਸਿਰਫ ਇੱਕ ਸੀਮਤ ਸੀ ਉਹਨਾਂ ਥਾਵਾਂ ਤੇ ਜਿਹੜੇ ਦਾਖਲ ਹੋ ਰਹੇ ਸਨ, ਸੀਰੀਅਸ ਸਨ, ਜਿੱਥੇ ਡਾਕਟਰਾਂ ਨੂੰ ਆਪ ਬਹੁਤ ਖਤਰਾ ਸੀ। ਸਾਡੇ ਬਹੁਤ ਡਾਕਟਰ ਰੱਬ ਨੂੰ ਪਿਆਰੇ ਵੀ ਹੋਏ, ਤੇ ਜਿਸ ਤਰੀਕੇ ਦੀ ਡਿਪਰੈਸ਼ਨ ਵਿੱਚੋਂ ਡਾਕਟਰ ਲੰਘੇ ਕਿ ਇੰਨੀਆਂ ਮੌਤਾਂ ਦੇਖਣੀਆਂ, ਇੰਨਾ ਬੇਹਾਲ ਹੋਏ ਮਰੀਜ਼ਾਂ ਨਾਲ, ਸਵੇਰ ਤੋਂ ਸ਼ਾਮ ਤੱਕ, ਕੋਈ ਰਾਤ ਨੂੰ ਸੌਣ ਦਾ ਸਮਾਂ ਨਹੀਂ। ਡਾਕਟਰ ਥੋੜੇ ਸਨ, ਕੰਮ ਬਹੁਤ ਲੋਡ ਵੱਧ ਸੀ। ਪ੍ਰਾਈਵੇਟ ਸਾਰੀਆਂ ਸੰਸਥਾਵਾਂ ਬੰਦ ਹੋਈਆਂ ਪਈਆਂ ਸਨ। ਸਿਰਫ ਸਰਕਾਰੀ ਡਾਕਟਰਾਂ ਦੇ ਉੱਤੇ ਪੂਰੇ ਦਾ ਪੂਰਾ ਬੋਝ ਪਾਇਆ ਗਿਆ ਸੀ। ਉਹਦੇ ਵਿੱਚ ਜਦੋਂ ਸਾਰੀਆਂ ਦੀਆਂ ਸਾਰੀਆਂ ਦਵਾਈਆਂ ਸਰਕਾਰੀ ਪੱਧਰ ਤੇ ਮੁਫਤ ਮਿਲ ਰਹੀਆਂ ਸਨ, ਟੈਸਟ ਮੁਫਤ ਹੋ ਰਹੇ ਸਨ, ਤਾਂ ਵੀ ਥੋੜਾ ਜਿਹਾ ਮੇਰਾ ਖਿਆਲ ਹੈ ਸੋਚਣਾ ਪੈਂਦਾ ਹੈ ਕਿ ਇਹੋ ਜਿਹੀਆਂ ਕਾਨਫਰੰਸਾਂ ਕੋਈ ਹੋ ਨਹੀਂ ਚੱਲ ਰਹੀਆਂ, ਕੋਈ ਡਿਨਰ ਲੰਚ ਨਹੀਂ ਸਨ ਹੋ ਰਹੇ, ਕਿਤੇ ਆਣਾ ਜਾਣਾ ਸੰਭਵ ਹੀ ਨਹੀਂ ਸੀ, ਉਹ ਤਾਂ ਘਰੋਂ ਨਿਕਲਣਾ ਬੇਹਾਲ ਹੋਇਆ ਪਿਆ ਸੀ। ਤਾਂ ਫਿਰ ਇੰਨੀ ਵੱਡੀ ਮਾਤਰਾ ਵਿੱਚ ਕਿਸ ਕੋਲ ਤੇ ਕਿਉਂ ਮਾਇਆ ਪਹੁੰਚਾਈ ਗਈ, ਜਿੱਥੇ ਦਵਾਈਆਂ ਤਾਂ ਫ੍ਰੀ ਸਨ, ਕਿਸ ਨੂੰ ਲਿਖਣੀਆਂ ਸਨ, ਕਿਸ ਨੇ ਖਰੀਦਣੀਆਂ ਸਨ। ਦੂਸਰੀ ਚੀਜ਼ ਜਿਹੜੀ ਮੈਂ ਥੋੜਾ ਜਿਹਾ ਸਪਸ਼ਟ ਕਰ ਦਿਆਂ ਕਿ ਕਾਨਫਰੰਸਿਸ ਸਿਰਫ ਲੋਕਲ ਲੈਵਲ ਤੇ ਨਹੀਂ ਹੁੰਦੀਆਂ, ਕੁਝ ਇੰਟਰਨੈਸ਼ਨਲ ਰਿਸਰਚ ਪੇਪਰਾਂ ਦੇ ਵਿੱਚ ਵੀ ਗੱਲ ਹੁੰਦੀ ਹੈ। ਸੋ ਆਪਣੇ
ਕੋਲ ਵਾਕਈ ਇਹੋ ਜਿਹੇ ਕੇਸ ਜੋ ਕਿ ਉਜਾਗਰ ਵੀ ਹੋਏ ਕਿ ਕੁਝ ਡਾਕਟਰ ਸਨ ਗਿਣੇ ਚੁਣੇ ਜਿਹੜੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਇਹਨਾਂ ਕੰਪਨੀਆਂ ਸਦਕਾ ਗਏ, ਕਿਸੇ ਵੀ ABC ਜਿਹੜੀ ਮਰਜ਼ੀ ਗਏ। ਇਹ ਖਬਰਾਂ ਉਜਾਗਰ ਹੋਈਆਂ ਸਨ। ਇਹ ਉਹ ਜਵਾਬਦੇਹ ਨੇ ਜਿਹੜੇ ਵੀ ਇਹੋ ਜਿਹੇ ਕੰਮ ਲਈ ਗਏ। ਪਰ ਦੂਜੀ ਚੀਜ਼ ਜੇ ਕਿ ਇੱਕ ਐਡਵਰਟਾਈਜ਼ਿੰਗ ਬਜਟ ਹੁੰਦਾ ਜੇ ਹਰ ਕੰਪਨੀ ਦਾ, ਕਿਸੇ ਨੇ 5%, ਕਿਸੇ ਨੇ 10%, ਕਿਸੇ ਨੇ 15% ਜਾਂ ਸ਼ਾਇਦ ਉੱਤੇ ਥੱਲੇ, ਜੋ ਕਿ ਹੁਣ ਤੁਸੀਂ ਦੇਖ ਰਹੇ ਹੋਵੋਗੇ ਕਿ ਐਡਵਰਟਾਈਜ਼ਮੈਂਟਸ ਦਵਾਈਆਂ ਦੀਆਂ ਆਉਂਦੀਆਂ ਨੇ, ਜੋ ਤੁਸੀਂ ਜੀ ਕਾਊਂਟਰ ਤੇ ਜਾ ਕੇ ਲੈ ਲਵੋ, ਇਸ ਤਰ੍ਹਾਂ ਕਰੋ। ਇਹ ਵੀ ਬਜਟ ਕੰਪਨੀ ਦਾ ਹੁੰਦਾ ਜੇ ਇਸ ਨੂੰ ਕਿਸੇ ਵੀ ਤਰੀਕੇ ਯਾਨੀ ਉਧਰੋਂ ਟੈਕਸ ਤੋਂ ਬਚਣ ਲਈ ਤੁਸੀਂ ਇਹੋ ਜਿਹੀ ਗੱਲ ਵੀ ਕਈ ਵਾਰ ਕੋਈ ਕਰ ਸਕਦਾ ਕਿ ਮੈਂ ਤਾਂ ਇਹ ਡਾਕਟਰਾਂ ਨੂੰ ਇੰਨੇ ਕਰੋੜ ਦੇ ਦਿੱਤੇ ਜੀ, ਇਸ ਕਰਕੇ ਇਹ ਮੇਰੇ ਤੇ ਟੈਕਸ ਬਣਦਾ ਹੀ ਨਹੀਂ। ਸੋ ਉਹ ਐਡਵਰਟਾਈਜ਼ਿੰਗ ਖਰਚਾ ਪਾਇਆ ਗਿਆ ਜਾਂ ਨਹੀਂ, ਮੈਨੂੰ ਕਈ ਪਤਾ ਨਹੀਂ। ਮੈਂ ਸਿਰਫ ਤੁਹਾਨੂੰ ਅੰਦਰਲੀ ਗੱਲ ਦੱਸ ਰਹੀ ਹਾਂ ਕਿ ਇਹਦੇ ਵਿੱਚ ਹੁੰਦਾ ਹੈ, ਜਿਸ 'ਚ ਇਨਕਮ ਟੈਕਸ ਦੀ ਬਹੁਤ ਕੁਛ ਜੇ, ਜਿਸ ਤੋਂ ਬਚਣ ਲਈ ਇਹ ਢੰਗ ਜਾਂ ਤਰੀਕੇ ਹੋ ਸਕਦੇ ਨੇ। ਤੇ ਜੇ ਦਿੱਤਾ ਗਿਆ ਤਾਂ ਦੇਖੋ ਨਾ, ਅੱਜ ਕੱਲ੍ਹ ਤਾਂ ਹੈ ਹੀ ਸਬੂਤਾਂ ਦੇ ਉੱਤੇ ਸਭ ਆਧਾਰ ਖੜੇ ਨੇ। ਤੇ ਜੇ ਦਿੱਤੇ ਨੇ ਤਾਂ ਜ਼ਰੂਰ ਡਾਕਟਰਾਂ ਦੇ ਨਾਮ ਹੋਣਗੇ, ਜਿਸ ਢੰਗ ਨਾਲ ਵੀ ਦਿੱਤੇ ਗਏ ਹੋਣ। ਕੈਸ਼ ਤਾਂ ਕੋਈ ਗਿਆ ਨਹੀਂ ਨਾ, ਦੇਣ ਫੜਾਉਣ ਗਿਆ ਹੀ ਨਹੀਂ। ਇੰਨੇ ਕਿੱਦਾਂ ਦਿੱਤੇ ਜਾ ਸਕਦੇ ਆ ਜਦੋਂ ਆਉਣਾ ਜਾਣਾ ਹੀ ਸੰਭਵ ਨਹੀਂ ਸੀ, ਤਾਂ ਆਨਲਾਈਨ ਟ੍ਰਾਂਸਫਰ ਹੋਈ ਹੋਏਗੀ। ਕਿਤੇ ਵੀ ਕਿਸੇ ਵੀ ਥਾਂ ਤੇ ਸਕਿੰਟਾਂ ਦੇ ਵਿੱਚ ਸਪਸ਼ਟ ਹੋ ਸਕਦੀ ਹੈ ਕਿਹੜੇ ਡਾਕਟਰ ਨੂੰ ਕਿੰਨਾ ਦਿੱਤਾ ਗਿਆ। ਤੇ ਇਹ ਚੀਜ਼ 'ਚ ਤਾਂ ਹੈ ਨਹੀਂ। ਹੁਣ ਜੋ NMC ਵੱਲੋਂ ਜੇ, ਮੈਂ ਹੁਣ ਬਤੌਰ ਇੱਕ ਬੱਚਿਆਂ ਦੀ ਡਾਕਟਰ ਜਿਵੇਂ ਤੁਹਾਨੂੰ ਦੱਸ ਰਹੀ ਹਾਂ ਕਿ ਸਾਡੇ ਕੋਲ ਪਹਿਲਾਂ ਹੁੰਦੇ ਸੀ ਕਿ ਕੰਪਨੀ ਕੋਈ ਨਾ ਕੋਈ ਆਣੀ ਜੀ, ਤੁਹਾਡੇ ਕੋਲ ਬੱਚੇ ਜਿਹੜੇ ਆਊਟਡੋਰ ਜਾ ਰਹੇ ਨੇ, ਗੁਬਾਰੇ ਦੇ ਰਹੇ ਆ, ਉਹਨਾਂ ਨੂੰ ਦੇ ਦਿਓ। ਰਬੜ ਮਿਲ ਜਾਂਦੇ ਸੀ, ਪੈਨਸਲਾਂ ਦੇ ਦਿੰਦੇ ਸੀ, ਡਰਾਇੰਗ ਲਈ ਕਾਗਜ਼ ਦੇ ਦਿੰਦੇ ਸੀ। ਜਿਹੜੇ ਮੇਰੇ ਕੋਲ ਆਉਂਦੇ ਰਹੇ ਨੇ ਉਹ ਮੇਰਾ ਖਿਆਲ ਹੈ ਸਪਸ਼ਟ ਕਹਿ ਸਕਦੇ ਨੇ ਕਿ ਹਾਂਜੀ, ਸਾਨੂੰ ਇਹਨਾਂ ਕੋਲੋਂ ਪੈਨਸਲਾਂ ਜਾਂ ਰਬੜ ਜਾਂ ਰੰਗ ਮਿਲੇ ਕਿ ਅਸੀਂ ਕਲਰਿੰਗ ਕਰ ਲਓ। ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸਨ ਜਿਹੜੀਆਂ ਕੰਪਨੀਜ਼ ਆਪਣੇ ਪੱਧਰ ਤੇ ਇੱਕ ਯਾਨੀ ਖੇਡ ਦੀ ਤੌਰ ਤੇ ਕਿ ਇੱਕ OPD 'ਚ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਸਾਡੀਆਂ ਮੁਫ਼ਤ, ਜਿਹੜਾ ਕੋਈ ਗਰੀਬ ਹੈ ਬੱਚਾ ਉਹਨੂੰ ਦਵਾਈਆਂ ਵੀ ਦੇ ਦਿਓ ਤੇ ਇਹ ਵੰਡ ਦੇਣਾ। ਉਹਦੇ ਉੱਤੇ ਹੁਣ ਉਹਨਾਂ ਤੁਸੀਂ ਸਮਝ ਸਕਦੇ ਹੋ ਜੇ ਕੋਨੇ ਤੇ ਕੰਪਨੀ ਦਾ ਨਾਮ ਲਿਖਿਆ ਤਾਂ ਉਹਦੇ ਵਿੱਚ ਕਿਸੇ ਵੀ ABC ਜਾਂ ਤੁਸੀਂ ਤੁਹਾਡੇ ਬੱਚੇ ਨੂੰ ਦਿੱਤੀ ਜਾਵੇ, ਜਿਹਨੂੰ ਪਤਾ ਹੀ ਨਹੀਂ ਕੰਪਨੀ ਦੇ ਕਿਹੜੇ ਪ੍ਰੋਡਕਟ ਨੇ ਤੇ ਕੀ ਖਰੀਦਣਾ ਤੇ ਕਦੋਂ ਖਰੀਦਣਾ, ਤਾਂ ਜ਼ਾਹਿਰ ਉਹ ਤੁਹਾਡੀ ਤੁਸੀਂ ਉਹ ਦਵਾਈ ਨਹੀਂ ਖਰੀਦੋਗੇ ਆਪਣੇ ਆਪ ਜਦ ਤੱਕ ਕਿ ਕੋਈ ਦਵਾਈ ਉਸ ਕੰਪਨੀ ਦੀ ਨਾ ਲਿਖੀ ਹੋਏਗੀ। ਬਿਲਕੁਲ ਸਹੀ ਗੱਲ। ਇਹਨਾਂ ਤੇ ਹੁਣ ਰੋਕ ਲੱਗ ਚੁੱਕੀ ਹੈ। ਯਾਨੀ ਸਾਡੇ NMC ਵੱਲੋਂ ਕਿਹਾ ਗਿਆ ਕਿ ਇਹੋ ਜਿਹਾ ਵੀ ਕੁਝ ਨਹੀਂ ਕਰਨਾ। ਮੈਂ ਸਿਰਫ ਆਪਣੀ ਗੱਲ ਕੀਤੀ। ਮੈਂ ਇਸ ਤੋਂ ਇਲਾਵਾ ਹੋਰ ਜਿਹੜੇ ਵੀ ਕੋਈ ਸਪੈਸ਼ਲਿਸਟ ਹੋਣਗੇ ਉਹਨਾਂ ਕੋਲ ਇਸ ਤੋਂ ਵਧੀਆ ਜਾਂ ਵੱਡੇ ਸੌਗਾਤਾਂ ਆਉਂਦੀਆਂ ਜਾਂ ਨਹੀਂ ਆਉਂਦੀਆਂ ਬਾਰੇ ਮੈਂ ਫਿਰ ਕਲੇਮ ਨਹੀਂ ਕਰ ਸਕਦੀ, ਕਿਉਂਕਿ ਮੈਂ ਸਿਰਫ ਆਪਣੀ ਗੱਲ ਕਰ ਸਕਦੀ ਹਾਂ ਕਿ ਸਾਡੇ ਕੋਲ ਇਹ ਆਉਂਦੀਆਂ ਰਹੀਆਂ। NMC ਨੇ ਪਿਛਲੇ ਕੁਝ ਸਾਲਾਂ ਤੋਂ ਸਾਨੂੰ ਬੜੇ ਕਲੀਅਰ ਕਰ ਦਿੱਤਾ ਕਿ ਇਹ ਤਾਂ ਛੱਡ ਹੀ ਦਿਓ, ਇਹ ਪੈਨਸਲਾਂ ਰਬੜ ਵੀ ਨਹੀਂ, ਪਰ ਤੁਸੀਂ ਦੂਸਰੀ ਗੱਲ ਕਿ ਕੋਈ ਸੈਂਪਲ ਵੀ ਨਹੀਂ ਆਉਣਾ। ਉਹਨਾਂ ਦੇ ਨਾਲ ਹੋਇਆ ਕਿ ਸਾਡੇ ਕੋਲ ਜਿਵੇਂ ਬਹੁਤ ਬੇਅੰਤ ਗਰੀਬ ਆਉਂਦੇ ਸਨ ਤੇ ਅਸੀਂ ਸੈਂਪਲ ਉਹਨਾਂ ਨੂੰ ਜਿਹੜੇ ਆਏ ਹੁੰਦੇ ਸੀ ਫੜਾ ਦਿੰਦੇ ਸੀ ਕਿ ਆਹ ਸੈਂਪਲ ਤੁਸੀਂ ਵਰਤ ਲਓ, ਕਿਉਂਕਿ ਹੁਣ ਉਹ ਬੰਦ ਹੋ ਗਏ, ਨਹੀਂ ਦਿੱਤੇ ਜਾ ਰਹੇ। ਸੋ ਇਸ ਕਾਰਨ ਕੋਈ ਵਿਰਲਾ ਟਾਵਾਂ ਭਾਵੇਂ ਦੇ ਜਾਵੇ, ਵਰਨਾ ਨਹੀਂ ਹੁੰਦੇ। ਸੋ ਉਹਦਾ ਨਤੀਜਾ ਇਹ ਹੋਇਆ ਕਿ ਸਾਨੂੰ ਹਰ ਚੀਜ਼ ਲਈ ਕਿਹਾ ਜਾਂਦਾ ਕਿ ਤੁਸੀਂ ਖਰੀਦੋ, ਅਸੀਂ ਕੁਛ ਕਰ ਹੀ ਨਹੀਂ ਸਕਦੇ। ਸੋ ਇਹ ਇੱਕ ਕਿ ਜੇ ਕੋਈ ਕਾਗਜ਼ ਜਾਂ ਗੁਬਾਰੇ ਤੱਕ ਵੀ ਬੰਦ ਨੇ, ਤਾਂ ਇਹ 1000 ਕਰੋੜ ਕਿਸ ਸ਼ਕਲ ਵਿੱਚ, ਕਿਸ ਰੂਪ ਵਿੱਚ ਦਿੱਤਾ ਗਿਆ। ਫਿਰ ਇਹਦੇ ਵਿੱਚ 2-3 ਹੋਰ ਚੀਜ਼ਾਂ ਹੁੰਦੀਆਂ ਨੇ ਕੰਪਨੀਜ਼ ਜੋ ਕਰਦੀਆਂ ਨੇ, ਕਿਉਂਕਿ ਇਹਦੇ ਵਿੱਚ ਇੱਕ ਤਾਂ ਹੁੰਦਾ ਜੇ ਕਿ ਜੋ ਸਾਡੇ ਮਤਲਬ NMC ਵੱਲੋਂ ਜਾਂ ਸਾਡੇ ਨੈਸ਼ਨਲ, ਇਹ ਸਾਡਾ ਹਿੰਦੁਸਤਾਨ ਵੱਲੋਂ ਹੀ ਇਹ ਕਾਨੂੰਨ ਜੇ ਕਿ ਤੁਸੀਂ ਸਾਇੰਟਿਫਿਕ CMEs ਹੁੰਦੀਆਂ ਨੇ ਕਿ ਤੁਸੀਂ ਇਹਨਾਂ ਦੀਆਂ ਸਾਲਾਨਾ ਜਾਂ ਸਾਲ 'ਚ 2 ਵਾਰ ਕਾਨਫਰੰਸਿਸ ਇਹੋ ਜਿਹੀਆਂ ਕਰਵਾਓ, ਜਿਨ੍ਹਾਂ ਦੇ ਵਿੱਚ ਡਾਕਟਰਾਂ ਨੂੰ ਨਵੀਆਂ ਖੋਜਾਂ ਬਾਰੇ ਜਾਣੂ ਕਰਵਾਓ, ਤਾਂ ਕਿ ਉਹ ਜਿਹੜੀਆਂ ਵੀ ਲੋਕਾਂ ਲਈ ਫਾਇਦੇਮੰਦ ਸਾਬਤ ਹੋ ਸਕਣ। ਯਾਨੀ ਕੁਝ ਅਜਿਹੀਆਂ ਚੀਜ਼ਾਂ ਕਿ ਨਵੀਂ ਦਵਾਈ ਜਿਸ ਨਾਲ ਕੈਂਸਰ ਵਰਗੇ ਰੋਗ ਨਾਲ ਲੜਿਆ ਜਾ ਸਕਦਾ ਹੈ, ਜਾਂ ਕੁਝ ਦਵਾਈਆਂ ਜਿਹੜੀਆਂ ਪ੍ਰੀਵੈਂਟਿਵ ਹੁੰਦੀਆਂ ਨੇ, ਯਾਨੀ ਜਿਹੜੀਆਂ ਬਿਮਾਰੀਆਂ ਤੋਂ ਬਚਾ ਸਕਦੀਆਂ ਨੇ, ਜਾਂ ਨਵੀਆਂ ਖੋਜਾਂ, ਮਿਸਾਲ ਵਜੋਂ ਪਾਲਕ ਤੋਂ ਬਣੀ ਦਵਾਈ, ਪਾਥੂ ਤੋਂ ਬਣੀ ਦਵਾਈ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਰੋਗਾਂ ਤੋਂ ਬਚਾਉਣ, ਉਹ ਜਾਣਕਾਰੀ ਕਿਵੇਂ ਪਹੁੰਚਾਈ ਜਾਵੇ ਦੁਨੀਆ ਭਰ ਦੇ ਡਾਕਟਰਾਂ ਰਾਹੀਂ। ਸੋ ਉਹ ਇਹੋ ਜਿਹੇ
ਕਾਨਫਰੰਸਾਂ ਕੰਪਲਸਰੀ ਹੁੰਦੀਆਂ ਜੇ ਸਾਡੇ ਲਈ, ਸਾਡੇ ਨੰਬਰ ਉਹਦੇ 'ਚ ਐਡ ਹੁੰਦੇ ਨੇ, ਜੇ ਨਹੀਂ ਜਾਵਾਂਗੇ ਪ੍ਰਮੋਸ਼ਨ ਤੱਕ ਵੀ ਨਹੀਂ ਹੁੰਦੀ। ਯਾਨੀ ਉਹ ਕੰਪਲਸਰੀ ਕੀਤਾ ਗਿਆ ਹਰ ਡਾਕਟਰ ਨੂੰ ਕਿ ਤੁਸੀਂ ਇੰਨੇ ਘੰਟੇ, ਭਾਵੇਂ ਜਿਵੇਂ 8 ਘੰਟੇ ਦੀ ਜਾਂ ਕੋਈ ਇੰਨੇ ਨੰਬਰ, ਤੁਸੀਂ ਹਰ ਹਾਲ ਵਿੱਚ ਸਾਲ ਵਿੱਚ ਪੂਰੇ ਕਰਨੇ ਹੀ ਕਰਨੇ ਨੇ ਕਾਨਫਰੰਸਾਂ ਦੇ। ਹੁਣ ਉਹਦੇ ਵਿੱਚ ਇਹ ਐਥੀਕਲ ਕਮੇਟੀ ਜੇ, ਯਾਨੀ ਕੋਈ ਇਹਦੇ 'ਚ ਇਹ ਨਹੀਂ ਕਿ ਕੋਈ ਮੈਂ ਲੁਕਾ ਕੇ ਗੱਲ ਕਰ ਰਹੀ ਹਾਂ ਜਾਂ ਕੀ, ਉਹਦੇ ਲਈ ਇਹਨਾਂ ਨੇ ਹੁਣ ਇਹ ਆਧਾਰਿਤ ਕੀਤੇ ਨੇ ਸਰਕਾਰੀ ਪੱਧਰ ਤੇ ਕਿ ਤੁਸੀਂ ਇਸ ਚੀਜ਼ ਲਈ, ਕਿਉਂਕਿ ਡਾਕਟਰ ਨੇ ਆਪਣੀ ਦਿਹਾੜੀ ਵੀ ਜਾਣੀ ਜੇ, ਉਹਨੇ ਛੁੱਟੀ ਵੀ ਲੈਣੀ ਹੈ, ਉਹਨੂੰ ਉਸ ਦਿਨ ਦੇ ਪੈਸੇ ਵੀ ਨਹੀਂ ਮਿਲਣੇ, ਉਹਦੀ ਤਨਖਾਹ ਵੀ ਜਾਣੀ ਹੈ, ਜਾਂ ਪ੍ਰਾਈਵੇਟ ਜੇ ਕੋਈ ਨਿਕਲ ਕੇ ਆਏਗਾ ਉਹਦੇ ਸਾਰੇ ਦਿਨ ਦੀ ਪ੍ਰੈਕਟਿਸ ਵੀ ਜਾਣੀ ਹੈ। ਤਾਂ ਸਰਕਾਰ ਵੱਲੋਂ ਨਿਰਧਾਰਤ ਹੈ ਕਿ ਇਹ ਪ੍ਰੋਫੈਸ਼ਨਲ ਚਾਰजेस ਡਾਕਟਰ ਨੂੰ ਦਿੱਤੇ ਜਾਣ। ਜੀ ਜਿਵੇਂ ਹਰ ਸਰਕਾਰੀ ਬੰਦੇ ਨੂੰ ਟੀਏ ਡੀਏ ਸਭ ਕੁਝ ਹੁੰਦਾ ਜੇ, ਸੋ ਸਾਨੂੰ ਉਹਦੇ ਲਈ ਆਣਾ ਜਾਣਾ ਜਾਂ ਸਾਡਾ ਉਸ ਦਿਨ ਦੀ ਡੇਲੀ, ਇਹ ਸਾਡਾ ਕਾਨੂੰਨਨ ਹੱਕ ਜੇ, ਇਹ ਦਿੱਤਾ ਜਾਂਦਾ ਕਿ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਕਿਉਂਕਿ ਇਹ ਲੋਕ ਭਲਾਈ ਦੀ ਗੱਲ ਹੈ, ਨਵੀਆਂ ਖੋਜਾਂ ਲੋਕਾਂ ਤੱਕ ਪਹੁੰਚਣ। ਬਿਲਕੁਲ ਇਸੇ ਤਰ੍ਹਾਂ ਹੁਣ ਜੇ ਇਸ ਚੀਜ਼ ਨੂੰ ਕਿ ਤੁਸੀਂ ਮੈਂ ਡਾਕਟਰਾਂ ਦੇ ਆਣ ਜਾਣ, ਜਾਂ ਇੱਕ ਕੰਪਨੀ ਨੇ, ਇਹੀ ਤਾਂ ਨਹੀਂ ਕਿ ਇੱਕੋ ਹੀ ਕੰਪਨੀ ਸਾਲ ਭਰ ਪ੍ਰੋਗਰਾਮ ਕਰਾਉਂਦੀ ਰਹੀ, ਜਾਂ ਇੱਕੋ ਹੀ ਕੰਪਨੀ ਨੇ ਸਾਰੇ ਹਿੰਦੁਸਤਾਨ ਦੇ ਡਾਕਟਰਾਂ ਨੂੰ ਭੇਜਿਆ ਕਾਨਫਰੰਸ ਵਿੱਚ। ਇਹੋ ਜਿਹੀ ਚੀਜ਼ ਨਹੀਂ ਹੋ ਸਕਦੀ, ਅਸੰਭਵ ਜੀ ਗੱਲ ਜਾਪਦੀ। ਹੁਣ ਦੂਜੀ ਚੀਜ਼ ਕੀ ਜੇ, ਜੋ ਸਰਕਾਰੀ ਪੱਧਰ ਤੇ ਇਹ ਵੀ ਸਾਡੇ ਜ਼ਰੂਰੀ ਜੇ ਕਿ ਹਰ ਕੰਪਨੀ ਨੇ ਐਡਵਾਈਜ਼ਰੀ ਪੈਨਲ ਰੱਖਣਾ ਹੁੰਦਾ ਡਾਕਟਰਾਂ ਦਾ। ਉਹਦੇ ਵਿੱਚ ਹੁੰਦਾ ਜੇ ਕਿ ਡਾਕਟਰ, ਫਰਜ਼ ਕਰੋ ਇੱਕ ਦਵਾਈ ਬਣਾ ਰਹੀ ਹੈ ਕੰਪਨੀ, ਉਹਨੂੰ ਨਹੀਂ ਪਤਾ ਕਿ ਇਸ ਦੇ ਕੀ ਮਾੜੇ ਅਸਰ ਦਿਲ ਤੇ, ਗੁਰਦੇ ਤੇ, ਜਿਗਰ ਤੇ ਪੈ ਸਕਦੇ। ਹੁਣ ਜਿਹੜਾ ਪੈਨਲ ਹੋਏਗਾ, ਇੱਕ ਐਡਵਾਈਜ਼ਰੀ ਪੈਨਲ, ਉਹ ਡਾਕਟਰਾਂ ਦਾ ਲਾਜ਼ਮੀ ਜੇ ਇਹਨਾਂ ਕੰਪਨੀਆਂ ਲਈ, ਜਿਨ੍ਹਾਂ ਨੇ ਦੱਸਣਾ ਹੈ ਕਿ ਭਾਈ ਇਹ ਦਵਾਈ ਦਾ ਜੇ ਇਸ ਤਰੀਕੇ ਅਸਰ ਕਰਦੀ ਹੈ ਤਾਂ ਇੰਨੀ ਡੋਜ਼ ਤੋਂ ਵੱਧ ਮਾੜਾ ਅਸਰ ਦਿਖਾ ਸਕਦੀ ਹੈ, ਸੋ ਤੁਸੀਂ ਇੰਨੀ ਪਾਓ, ਜਾਂ ਇਹ ਦੋ ਦਵਾਈਆਂ ਇਕੱਠੀਆਂ ਕਰਕੇ ਮਿਲਾ ਕੇ ਬਣਾਓਗੇ ਤਾਂ ਨੁਕਸਾਨਦੇਹ ਹੋ ਸਕਦੀਆਂ ਨੇ। ਸੋ ਇੱਕ ਪੈਨਲ ਰੱਖਣਾ ਲਾਜ਼ਮੀ ਹੈ, ਤੇ ਉਸ ਪੈਨਲ ਨੂੰ ਤਨਖਾਹ ਦੇਣੀ ਇਹਨਾਂ ਦੀ ਕੰਪਨੀ ਵਾਲਿਆਂ ਦਾ, ਮਤਲਬ ਇਹਨਾਂ ਨੂੰ ਲਾਜ਼ਮੀ ਹੈ, ਮੁਫਤ ਨਹੀਂ ਰੱਖ ਸਕਦੇ ਤੁਸੀਂ। ਉਹ ਐਡਵਾਈਜ਼ਰੀ ਪੈਨਲ ਇਸ ਕੰਪਨੀ ਦਾ ਨਹੀਂ, ਹਰ ਕੰਪਨੀ ਵਿੱਚ ਵੱਖੋ ਵੱਖਰਾ ਡਾਕਟਰ ਹੋਣਗੇ, ਉਹਨਾਂ ਨੂੰ ਪੇ ਕਰ ਰਹੀ ਹੈ ਜੇ ਕੰਪਨੀ, ਤਾਂ ਉਹ ਫਿਰ ਉਹਨਾਂ ਦਾ ਹੱਕ ਜੇ। ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੰਨੇ ਹਜ਼ਾਰਾਂ ਕਰੋੜ ਲੈਂਦੇ ਹੋਣਗੇ, ਕੋਈ ਸੰਭਵ ਹੀ ਨਹੀਂ ਹੈ। ਤੀਸਰੀ ਚੀਜ਼ ਹੁੰਦੀ ਹੈ ਕਿ ਤੁਸੀਂ ਜਦੋਂ ਮਾਰਕੀਟਿੰਗ ਹੁਣ ਇਸ ਕੰਪਨੀ ਨੇ ਕਰਨੀ, ਕਿਸੇ ਵੀ ABC ਕੋਈ ਵੀ ਕੰਪਨੀ, ਉਹਦੇ ਵਿੱਚ ਮਾਰਕੀਟਿੰਗ ਦੇ ਨਾਲ, ਮਿਸਾਲ ਵਜੋਂ ਇੱਕ ਨਵੀਂ ਦਵਾਈ ਆਈ ਜੇ ਜਿਸ ਦੇ ਅਸਰ ਦੇਖਣੇ ਨੇ ਕਿ ਸ਼ੱਕਰ ਰੋਗੀਆਂ ਤੇ ਵਰਤੀ ਜਾਣੀ ਹੈ, ਤਾਂ ਇਹਦੇ ਮਾੜੇ ਅਸਰ ਦਿਸੇ ਜਾਂ ਨਹੀਂ। ਦੁਨੀਆ ਭਰ ਵਿੱਚ ਇਹੋ ਜਿਹੀ ਚੀਜ਼ ਲਈ ਜਿਹਨੂੰ ਕਹਿੰਦੇ ਨੇ ਪੋਸਟ ਮਾਰਕੀਟਿੰਗ ਸਰਵੇਲੈਂਸ, ਯਾਨੀ ਜਦੋਂ ਕੋਈ ਦਵਾਈ ਮਾਰਕੀਟ ਵਿੱਚ ਆਈ, ਜਿਹਦੇ ਪਹਿਲਾਂ ਖੋਜਾਂ ਸ਼ਾਇਦ ਜਾਨਵਰਾਂ ਤੇ ਹੋਈਆਂ ਜਾਂ ਥੋੜੀ ਮਾਤਰਾ ਵਿੱਚ ਹੋਈਆਂ, ਹੁਣ ਫੁੱਲ ਡੋਜ਼ 'ਚ ਆ ਗਈਆਂ, ਜੋ ਐਡਵਾਈਜ਼ਰੀ ਪੈਨਲ ਨੇ ਕਹਿ ਦਿੱਤੀ ਦਿਓ, ਹੁਣ ਤੁਸੀਂ ਜਦੋਂ ਵਰਤੋਂ ਵਿੱਚ ਲਿਆਇਓ ਤਾਂ ਤੁਹਾਨੂੰ ਦਿਸਣ ਲੱਗਦਾ ਕਿ ਇਹਦੇ ਨਾਲ, ਅਸੀਂ 5 ਡਾਕਟਰਾਂ ਨੇ ਜਦੋਂ ਨੋਟ ਕੀਤਾ ਕਿ ਇਹਦੇ ਨਾਲ ਜੀ ਖਾਰਸ਼ ਹੋ ਰਹੀ ਹੈ ਜਾਂ ਐਲਰਜੀ ਦਿਸਣ ਲੱਗੀ, ਜਾਂ ਕਿਸੇ ਨੇ ਰਿਪੋਰਟ ਕੀਤਾ ਬਈ ਮੇਰੇ ਇਲਾਕੇ ਵਿੱਚ ਜਿਹੜੇ ਮਰੀਜ਼ਾਂ ਨੂੰ ਦਿੱਤਾ ਜਾ ਰਿਹਾ ਉਹਨਾਂ ਨੂੰ ਗੁਰਦੇ ਦਾ ਆਹ ਕਸਰ ਦਿਖ ਰਹੀ ਹੈ, ਜਾਂ ਇਸ ਦਵਾਈ ਨਾਲ ਜੀ ਪੋਟਾਸ਼ੀਅਮ ਤੇ ਫਰਕ ਪੈ ਰਿਹਾ, ਜਾਂ ਇਸ ਦਵਾਈ ਨਾਲ ਜਿਗਰ ਦੇ ਉੱਤੇ ਅਸਰ ਦਿਸਿਆ। ਫਿਰ ਇੱਕ ਪੋਸਟ ਮਾਰਕੀਟਿੰਗ ਸਰਵੇਲੈਂਸ ਲਈ ਹਰ ਥਾਂ ਤੇ ਡਾਕਟਰਾਂ ਨੂੰ ਇਹ ਨਿਯੁਕਤ ਕੀਤੇ ਜਾਂਦੇ ਨੇ ਕਿ ਭਈ ਇਹ ਤੁਸੀਂ ਫੋਲੋ ਅਪ ਦੇਖੋ, ਮਰੀਜ਼ਾਂ ਦੇ ਵਿੱਚ ਕੋਈ ਮਾੜੇ ਅਸਰ ਤਾਂ ਨਹੀਂ ਦਿਸ ਰਹੇ। ਫਿਰ ਉਹ ਫੋਲੋ ਅਪ ਤੋਂ ਬਾਅਦ ਪਤਾ ਲੱਗਦਾ ਜੇ ਕਿ ਹਾਂਜੀ ਇਹ ਦਵਾਈ ਵਾਕਈ ਚੱਲ ਸਕਦੀ ਹੈ, ਜਾਂ ਇਹਨੂੰ ਇੱਕਦਮ ਮਾਰਕੀਟ 'ਚੋਂ ਵਾਪਸ ਲੈ ਲਿਆ ਜਾਏ, ਜੋ ਕਿ ਬਹੁਤ ਵਾਰ ਦਵਾਈਆਂ ਵਾਪਸ ਹੋਈਆਂ ਵੀ। ਚੀਜ਼ ਲਈ ਡਾਕਟਰਾਂ ਨੂੰ, ਜੋ ਉਹਨਾਂ ਨੇ ਦਵਾਈਆਂ ਵੀ ਲੈਣੀਆਂ, ਫਿਰ ਉਹ ਮਰੀਜ਼ਾਂ ਨੂੰ ਮੁਫਤ ਵੰਡਣਗੇ ਤਾਂ ਹੀ ਉਹ ਦਿੱਤੀਆਂ ਜਾਣਗੀਆਂ, ਤਾਂ ਪੱਲਿਓ ਨਹੀਂ ਡਾਕਟਰ ਲਾਉਂਦਾ। ਇਹ ਕੰਪਨੀ ਦਾ ਹੀ ਕੰਮ ਹੁੰਦਾ ਕਿ ਉਹ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰੇ ਤਾਂ ਕਿ ਇਹ ਟੈਸਟ ਜਿਨ੍ਹਾਂ ਤੇ ਹੋ ਰਹੇ ਉਹ ਮਰੀਜ਼ ਵੀ ਆਪਣੇ ਪੈਸੇ ਨਾ ਖਰਚੇ, ਤਾਂ ਕਿ ਉਹਦੇ ਮਾੜੇ ਅਸਰ ਜਿਵੇਂ ਦਿਖਦੇ ਨੇ ਉਹਦਾ ਵੀ ਇਲਾਜ ਹੋਵੇ, ਤੇ ਫਿਰ ਇਹ ਦਵਾਈ ਜੇ ਨਹੀਂ ਠੀਕ ਤਾਂ ਬੰਦ ਵੀ ਹੋਵੇ। ਦੁਨੀਆ ਭਰ ਦਾ ਜੋ ਸਿਸਟਮ ਹੈ, ਤੇ ਇਹਦੇ ਵਿੱਚ ਜੋ ਪੈਸੇ ਲੱਗਦੇ ਨੇ ਕੰਪਨੀਆਂ ਨੇ ਹੀ ਦੇਣੇ ਹੁੰਦੇ ਨੇ, ਕਿਉਂਕਿ ਉਹੀ ਸਾਰਾ ਰਿਸਰਚ ਦੇ ਉੱਤੇ, ਆਪਣੀ ਖੋਜ ਦੇ ਉੱਤੇ ਖਰਚਾ ਵੀ ਕਰਦੀਆਂ ਨੇ,
ਤੇ ਖੋਜ ਜਿਹੜੇ ਕਰ ਰਹੇ ਡਾਕਟਰ ਨੇ ਹੁੰਦੇ ਨੇ ਜਾਂ ਜਿਸ ਵੀ ਕਿਸਮ ਦੇ ਉਹ ਭਾਵੇਂ ਉਹ PhD ਨੇ ਜਾਂ ਜਿਹੜੇ ਵੀ ਤਰ੍ਹਾਂ ਦੇ ਨੇ, ਉਹਨਾਂ ਨੂੰ ਪੇ ਕਰਨਾ ਇਹ ਕੰਪਨੀ ਵਾਲਿਆਂ ਦਾ ਹੀ ਕੰਮ ਹੈ ਕਿਉਂਕਿ ਉਹਨਾਂ ਨੇ ਹਾਇਰ ਕੀਤੇ ਹੁੰਦੇ। ਹੁਣ ਇਹ ਜਿਹੜਾ ਸਾਰਾ ਅਸਲੀ ਮੈਂ ਤੁਹਾਨੂੰ ਢਾਂਚਾ ਦੱਸਿਆ ਜਿਸ ਤਰੀਕੇ ਇਹ ਡਾਕਟਰਾਂ ਕੋਲ ਪਹੁੰਚ ਕਰਦੇ ਨੇ, ਪਰ ਹੁਣ ਅੱਗੋਂ ਮੇਰਾ ਅਧਿਕਾਰ ਖੇਤਰ ਨਹੀਂ ਮੈਂ ਦੱਸਾਂ, ਮੇਰਾ ਖਿਆਲ ਇਹ ਲੋਕ ਬਹੁਤ ਸਮਝਦਾਰ ਨੇ, ਉਹ ਸਮਝ ਸਕਦੇ ਨੇ ਕਿ 15,000 ਕਰੋੜ ਦੀ ਜਿਹੜੀ ਕੰਪਨੀ ਦਾ ਜੋ 300 ਕਰੋੜ ਦੀ ਟੋਟਲ ਸੇਲ ਵਿੱਚ 1,000 ਕਰੋੜ ਜਿਹੜਾ ਡਾਕਟਰ ਘਰੋਂ ਨਿਕਲਿਆ ਹੀ ਨਹੀਂ, ਕਿਸ ਤਰੀਕੇ ਕਿਵੇਂ ਕਿਸ ਪੱਧਰ ਤੇ ਜੀ। ਇੱਕ ਹੋਰ ਸਵਾਲ ਇਹਦੇ ਵਿੱਚ ਪੈਦਾ ਹੁੰਦਾ ਕਿ ਠੀਕ ਹੈ, ਚਲੋ 1,000 ਕਰੋੜ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਉਹ ਤਾਂ ਜਾਂਚ ਦਾ ਵਿਸ਼ਾ ਮਾਣਯੋਗ ਸੁਪਰੀਮ ਕੋਰਟ 'ਚ ਚੱਲ ਹੀ ਰਿਹਾ। ਪਰ ਜਦੋਂ ਕਿਸੇ ਡਾਕਟਰ ਕੋਲ ਆਪਾਂ ਜਾਂਦੇ ਆ, ਉਹ ਕੋਈ ਅਲਟਰਾਸਾਊਂਡ ਜਾਂ MRI ਸਕੈਨ ਵਗੈਰਾ ਜਾਂ CT ਸਕੈਨ ਕੁਝ ਵੀ ਲਿਖਦੇ ਨੇ, ਤੇ ਜੇ ਤਾਂ ਉਹ ਉੱਥੇ ਪਰਚੀ ਤੇ ਲਿਖ ਦੇਣ ਕਿ ਇਹ ਡਿਸਕਾਊਂਟੇਬਲ ਹੈ ਤੇ ਜਾ ਕੇ ਡਾਕਟਰ ਨੂੰ ਦਿਖਾ ਦਿਓ, ਮਤਲਬ ਜਿਨ੍ਹਾਂ ਨੇ ਸਕੈਨ ਕਰਨਾ ਲੈਬੋਰਟਰੀ ਵਾਲਿਆਂ ਨੇ, ਤਾਂ ਉੱਥੇ ਉਹ ਡਿਸਕਾਊਂਟ, ਜੇ ਬਿਨਾਂ ਡਿਸਕਾਊਂਟ ਦੇ ਤੁਸੀਂ ਜਾਂਦੇ ਹੋ, ਜੇ ਮੰਨ ਲਓ ਕਿ ਕੋਈ ਛੋਟੀ ਜਿਹੀ ਗੱਲ ਤੋਂ ਸ਼ੁਰੂ ਕਰ ਲੈਂਦੇ ਆ, ਕੋਈ 1000 ਰੁਪਏ ਦਾ ਚੈੱਕਅਪ ਆ, ਜੇ ਤਾਂ ਡਾਕਟਰ ਨੇ ਕਹਿਤਾ ਕਿ ਡਿਸਕਾਊਂਟ ਫ੍ਰੀ ਕਰੋ, ਇਹਨਾਂ ਨੂੰ ਡਿਸਕਾਊਂਟ ਦਿਓ, ਤਾਂ ਉਹ ਘੱਟੋ ਘੱਟ 500-400 ਤੇ ਗੱਲ ਨਿਬੜ ਜਾਂਦੀ ਹੈ। ਤੇ ਜੇ ਨਹੀਂ ਤਾਂ ਉਹ 1000 ਰੁਪਇਆ ਲੈ ਲੈਂਦੇ ਨੇ ਜੇ ਸਿੱਧਾ ਜਾ ਕੇ ਬੰਦਾ ਕਰਾਉਂਦਾ। ਤੇ ਇਹਦੇ ਵਿੱਚ ਕੀ ਫਰਕ ਹੈ ਕਿ ਉਹ ਜਿਹੜਾ ਡਿਫਰੈਂਸ ਆ ਉਹ 500 500-700 ਦਾ ਜਿੰਨਾ ਵੀ ਬਣਦਾ, ਹਜ਼ਾਰਾਂ 'ਚ ਹੁੰਦਾ ਕਈ ਵਾਰ ਤਾਂ ਉਹ ਕਿੱਥੇ ਜਾਂਦਾ ਫਿਰ ਜਦੋਂ ਡਾਕਟਰ ਡਿਸਕਾਊਂਟ ਲਿਖ ਕੇ ਦੇ ਦਿੰਦਾ? ਉਹਦੇ ਤੋਂ ਬਿਨਾਂ ਕਿਉਂ ਨਹੀਂ ਉਹ ਡਿਸਕਾਊਂਟ ਰੱਖਦੇ ਉਸ ਚੀਜ਼ ਦਾ, ਮਤਲਬ ਕਿ ਜੋ ਅਸਲ ਰੇਟ ਆ ਉਹੀ ਰੱਖਣ? ਦੇਖੋ ਕੀ ਹੁੰਦਾ ਜੇ 2-3 ਚੀਜ਼ਾਂ ਮੈਂ ਤੁਹਾਨੂੰ, ਜਿਵੇਂ ਮੈਂ ਮਿਸਾਲ ਆਪਣੇ, ਮੈਂ ਕਿਸੇ ਹੋਰ ਦੀ ਮਿਸਾਲ ਲੈਣੀ ਹੋਈ ਨਹੀਂ ਤਾਂ ਕਿ ਕੋਈ ਕੱਲ ਨੂੰ ਕਵੇ ਵੀ ਸਾਡੇ ਤੇ ਉਂਗਲ ਕਿਉਂ ਚੱਕੀ। ਮਿਸਾਲ ਵਜੋਂ ਕਿ ਮੈਂ ਕਰਵਾ ਰਹੀ ਹਾਂ ਜੇ ਕਿਸੇ ਦੇ ਟੈਸਟ, ਤਾਂ ਉਹਨਾਂ ਨੂੰ ਜੇ ਅਸੀਂ ਕਹੀਏ ਭਾਈ ਸਾਡੇ ਤੁਸੀਂ 25% ਕੇਸ ਜਿਹੜੇ ਬਹੁਤ ਨਹੀਂ ਜਿਹੜੇ ਦੇ ਸਕਣ ਜੋਗੇ, ਜਿਨ੍ਹਾਂ 'ਚ ਅਸੀਂ ਆਪ ਮੈਨੂੰ ਲੋੜ ਪੈ ਗਈ ਜਾਂ ਮੇਰਾ ਕੋਈ ਇੱਕ ਰਿਸ਼ਤੇਦਾਰ ਜਾਂ ਮੇਰਾ ਇੱਕ ਬਹੁਤ ਗਰੀਬ ਮਰੀਜ਼ ਆਉਂਦਾ, ਭਾਈ ਤੁਸੀਂ ਇਹਨਾਂ ਦੇ ਫ੍ਰੀ ਕਰ ਸਕੋਗੇ? ਤਾਂ ਉਹ ਕਹਿੰਦੇ ਇਸੇ ਤਰ੍ਹਾਂ ਨੇ ਕਿ ਠੀਕ ਹੈ, ਜਿਵੇਂ ਮੇਰੇ ਵਾਰਡ 'ਚ ਆਇਓ ਤੁਸੀਂ ਦੇਖਿਓ ਕਿ ਸਾਡੇ ਪਰਚੀਆਂ ਇਸ ਤਰ੍ਹਾਂ ਭਰੀਆਂ ਹੁੰਦੀਆਂ ਕਿ ਆਹ ਭਾਈ ਬਿਲਕੁਲ ਗਰੀਬ ਜੇ ਕੋਈ ਦਵਾਨੀ ਵੀ ਦੇ ਸਕਣ ਜੋਗਾ ਨਹੀਂ, ਇਹਨਾਂ ਦੀ ਫ੍ਰੀ ਕਰ ਦਿਓ। ਤਾਂ ਉਹ ਇਹੀ ਚੀਜ਼ ਜਿਹੜੀ ਕਿ ਭਾਈ ਤੁਸੀਂ ਇੰਨੇ, ਜੇ ਤੁਸੀਂ ਫੁੱਲ ਪੇਮੈਂਟ ਤੇ ਕਰਾਏ ਨੇ ਤੇ ਉਹਦੇ ਬਦਲੇ ਅਸੀਂ ਇੰਨੇ ਤੁਹਾਡੇ ਫ੍ਰੀ ਕਰ ਦਿਆਂਗੇ। ਤੇ ਜੇ ਤੁਸੀਂ ਨਹੀਂ ਕਰਾਉਣਾ ਚਾਹੁੰਦੇ ਇਹ ਫ੍ਰੀ, ਤਾਂ ਫਿਰ ਜਿਵੇਂ ਉਹਨਾਂ ਦੇ ਟੱਪ ਜਾਂਦਾ ਭਾਈ ਤੁਸੀਂ 10 ਹੀ ਪੇਮੈਂਟ ਵਾਲੇ ਕਰਾਏ ਨੇ ਤੇ 5 ਫ੍ਰੀ ਵਾਲੇ ਭੇਜਤੇ, ਅਸੀਂ ਨਹੀਂ ਕਰਨੇ ਹੁਣ। ਤਾਂ ਤੁਸੀਂ ਸਾਨੂੰ ਨੁਕਸਾਨ ਨਾ ਪਹੁੰਚਾਓ, ਸਾਡਾ ਪੂਰਾ ਖਾਨਾ ਕਰ ਦਿਓ ਤਾਂ ਕਿ ਜਿਹੜਾ ਵੀ ਤੁਸੀਂ ਕਰਨਾ ਚਾਹੁੰਦੇ ਹੋ ਵਿੱਚ ਫ੍ਰੀ, ਓਨਾ ਅਸੀਂ ਤਾਂ ਹੀ ਕਰਾਂਗੇ ਜੇ ਤੁਸੀਂ ਇੰਨੇ ਪਹਿਲਾਂ ਪੂਰੀ ਸਾਡੀ ਪੇਮੈਂਟ ਹੋ ਗਈ, ਅਸੀਂ ਪੱਲਿਓਂ ਨਹੀਂ ਲਾਣੇ। ਤਾਂ ਇਹ ਬੜੀ ਸਪਸ਼ਟ ਹੁੰਦੀ ਜੇ ਇਹਨਾਂ ਦੀ ਗੱਲ। ਆਫ ਕੋਰਸ ਇਹਨਾਂ ਵਿੱਚ ਉਹ ਵੀ ਨੇ ਜਿਹੜੇ ਕੁਛ ਕਮਿਸ਼ਨ ਬੇਸਡ ਕਿ ਅਸੀਂ ਫ੍ਰੀ ਕਦੇ ਵੀ ਨਹੀਂ ਕਰਾਉਣੇ, ਤੁਸੀਂ ਸਿਰਫ ਹੀ ਸਾਨੂੰ ਸਾਡਾ ਹੀ ਮਾਈਨਸ ਕਰੀ ਜਾਓ। ਸੋ ਇਹ ਦੋਨੋਂ ਤਰ੍ਹਾਂ ਦੇ ਹੀ ਵਿਚਰਦੇ ਨੇ ਵਿੱਚ, ਕਿਉਂਕਿ ਇਹ ਢੰਗ ਜੋ ਤਰੀਕੇ ਸਾਰੇ ਦੁਨੀਆ ਭਰ ਵਿੱਚ ਜੋ ਇਸ ਸਿਸਟਮ ਦਾ ਬਣਿਆ ਹੋਇਆ, ਪਰ ਇਹ ਤਰ੍ਹਾਂ ਦੇ ਚੀਜ਼ਾਂ ਚੱਲਦੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ 100% ਜੇ ਕਹੀ ਜਾਓ ਕਿਸੇ ਨੂੰ ਤੇ ਉਹ ਫਿਰ ਇਨਕਾਰ ਹੀ ਹੋ ਜਾਂਦੇ ਨੇ। ਜਿਵੇਂ ਅਸੀਂ ਵੀ ਕਈ ਵਾਰ 1-2 ਥਾਂ ਭੇਜ ਕੇ ਦੇਖਿਆ, ਉਹਨਾਂ ਨੇ ਨਾ ਹੀ ਕਰ ਦਿੱਤੀ ਕਿ ਅਸੀਂ ਕਰਨਾ ਹੀ ਨਹੀਂ, ਤੁਸੀਂ ਬੇਸ਼ੱਕ ਚੰਡੀਗੜ੍ਹ ਭੇਜ ਦਿਓ, ਸਾਡੇ ਕੋਲ ਕੋਈ ਗੁੰਜਾਇਸ਼ ਨਹੀਂ। ਸੋ ਸਾਨੂੰ ਵੀ ਵੇਖ ਕੇ ਹੀ ਕਰਨਾ ਪੈਂਦਾ, ਭਾਈ ਆਹ ਜਿਹੜੇ ਅੱਤ ਦੇ ਗਰੀਬ ਵਾਲਿਆਂ ਨੂੰ ਰੱਖ ਲੈਂਦੇ ਇਹਨਾਂ ਦਾ ਫ੍ਰੀ ਹੋ ਜਾਏਗਾ। ਤੇ ਜਾਂ ਫਿਰ ਦੂਜਾ ਢੰਗ ਤਰੀਕਾ ਹੁੰਦਾ ਵੀ ਭਾਈ ਕੋਈ ਵੀ ਫ੍ਰੀ ਨਾ ਕਰਿਓ, ਜਿੰਨੇ ਵੀ ਭੇਜਦੇ ਆ ਇੰਨੇ ਹੀ ਪਰ ਉਹਦੇ 'ਚ ਜੇ ਅਸੀਂ ਵੀ ਆਪ ਕਰਾਉਣ ਜਾਣਾ ਹੋਏਗਾ, ਮੈਂ ਵੀ ਜਿਵੇਂ ਜਾਵਾਂਗੀ ਤਾਂ ਫਿਰ ਉਹ ਵੀ ਫ੍ਰੀ ਨਹੀਂ ਹੁੰਦਾ, ਉਹ ਸਾਨੂੰ ਵੀ ਪੇਮੈਂਟ ਕਰਨੀ ਪੈਂਦੀ ਹੈ ਕਿ ਭਾਈ ਤੁਸੀਂ ਕੋਈ ਗੁੰਜਾਇਸ਼ ਸਾਡੇ ਲਈ ਰੱਖੀ ਨਹੀਂ, ਤਾਂ ਤੁਸੀਂ ਇਹ ਕਰੋ। ਤਾਂ ਦੋਨੋਂ ਤਰ੍ਹਾਂ ਦੇ ਹੀ ਕੰਮ ਚੱਲਦੇ ਨੇ ਕਿ ਤੁਸੀਂ 100% ਹੀ ਜੇ ਨਹੀਂ ਕਰਾਣੇ ਤਾਂ ਤੁਸੀਂ ਜੋ ਵੀ ਹਮੇਸ਼ਾ ਸਿਸਟਮ ਇਹਨਾਂ ਦਾ ਦੁਨੀਆ ਭਰ 'ਚ ਚੱਲਦਾ ਹੈ ਕਮਿਸ਼ਨ ਬੇਸਡ, ਚਲੋ ਰੱਬ ਮੁਬਾਰਕ ਕਰੇ ਇਹਨਾਂ ਨੂੰ। ਮਤਲਬ ਇਹ ਸਿਸਟਮ ਇਸੇ ਤਰ੍ਹਾਂ ਦਾ ਤੁਰਦਾ ਜੇ। ਮੈਮ, ਜਿੱਥੇ ਤੱਕ ਸਵਾਲ ਹੁਣ ਡੋਲੋ ਗੋਲੀ ਦਾ ਆ, ਕਿਸੇ ਵੀ ਡਾਕਟਰ ਕੋਲ ਚਲੇ ਜਾਓ, ਉਹ ਸਭ ਤੋਂ ਪਹਿਲਾਂ ਡੋਲੋ ਤੁਹਾਨੂੰ ਦੇ ਦਿੰਦਾ। ਮਤਲਬ ਕਿ ਜੇ ਬੁਖਾਰ ਚੜਿਆ, ਸਰੀਰ ਪੀੜ ਹੁੰਦਾ, 650 ਮਿਲੀਗ੍ਰਾਮ ਦੀ ਡੋਜ਼, ਇਹਨੂੰ ਓਵਰਡੋਜ਼ ਵੀ ਕਿਹਾ ਜਾ ਰਿਹਾ। ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਜੱਜ ਸਾਹਿਬਾਨ ਆਪ ਕਹਿੰਦੇ ਨੇ ਕਿ ਸਾਨੂੰ ਵੀ ਇਹ ਡੋਜ਼ ਦਿੱਤੀ ਗਈ ਆ। ਤੇ ਜੇ ਆਪਾਂ ਦੂਜੇ ਪਾਸੇ ਦੇਖ ਲਈਏ ਤਾਂ ਹੋਰ ਵੀ ਬਹੁਤ ਇਹੋ ਜਿਹੀਆਂ ਗੋਲੀਆਂ ਨੇ ਮੈਡੀਕਲ ਦੇ ਵਿੱਚ ਜਿਹੜੀਆਂ ਲੋਕ ਆਮ ਹੀ ਲੈ ਲੈਂਦੇ ਨੇ। ਮਾੜਾ ਮੋਟਾ ਪਿੰਡਾ ਪੀੜ ਕੀਤਾ, ਸਰੀਰ ਦਰਦ ਕੀਤਾ ਤੇ ਉਹ ਗੋਲੀ ਲੈ ਲਈ। ਇਹਨੂੰ ਕਿੱਦਾਂ ਦੇਖਦੇ ਹੋ ਕਿ ਡੋਲੋ ਵਾਕਈ ਖਤਰਨਾਕ ਹੈ? ਕੀ ਇਹਦੇ ਮਾੜੇ ਪ੍ਰਭਾਵ ਨੇ? ਕਿਉਂਕਿ ਕਰੋਨਾ ਦੇ ਸਮੇਂ 'ਚ ਤਾਂ ਬਹੁਤ ਜ਼ਿਆਦਾ ਵਰਤੀ ਗਈ ਹੈ।
ਦੇਖੋ ਜੇ ਤੁਸੀਂ ਅਮਰੀਕਾ ਜਾਂ ਕੈਨੇਡਾ ਜਾਓਗੇ ਨਾ ਜਾਂ ਉਹਨਾਂ ਕਿਸੇ ਵੀ ਵੀਰਾਂ ਨਾਲ ਅਸੀਂ ਗੱਲ ਕਰੀਏ, ਮੇਰਾ ਖਿਆਲ ਉਹ ਸਪਸ਼ਟ ਤੁਹਾਨੂੰ ਦੱਸਣਗੇ ਕਿ ਇੱਕੋ ਹੀ ਦਵਾਈ ਜੇ ਜਿਹੜੇ ਉਹ ਔਨ ਦੀ ਕਾਊਂਟਰ, ਓਵਰ ਦੀ ਕਾਊਂਟਰ ਜਾਂ ਹਰ ਡਾਕਟਰ ਪ੍ਰਿਸਕ੍ਰਾਈਬ ਕਰਦਾ ਹੈ, ਉਹ ਇਹੋ ਚੀਜ਼ ਹੈ, ਟਾਇਨੋਲ। ਤੁਸੀਂ ਪੁੱਛ ਲਿਓ ਕਿਹੜਾ ਹੈ ਜਿਹੜਾ ਨਹੀਂ ਇਹ ਲੈ ਕੇ ਬੈਠਾ। ਇਹੋ ਚੀਜ਼ ਹੂੰ, ਜੇ ਯਾਨੀ ਕੰਪਨੀ ਇੱਕ ਵੱਖ ਹੋਣ ਨਾਲ ਸਿਰਫ ਗੱਲ ਇਹ ਹੈ ਕਿ ਇਹੋ ਜਿਹਾ ਹਾਂ ਆਫ ਕੋਰਸ ਕੁਝ ਚੀਜ਼ਾਂ ਨੇ ਜਿੱਥੇ ਜਿਗਰ ਫੇਲ ਹੋਇਆ ਹੋਵੇ ਜਾਂ ਜਿਗਰ ਦੇ ਕੋਈ ਕਾਫ਼ੀ ਨੁਕਸ ਹੋਣ, ਉਹਦੇ ਵਿੱਚ ਇਹਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਡਲਟ ਹੂੰ, ਡੋਜ਼ ਜਿਵੇਂ 15 ਤੋਂ ਲੈ ਕੇ 20 ਮਿਲੀਗ੍ਰਾਮ ਪ੍ਰਤੀ ਕਿਲੋ ਦੇ ਨਾਲ ਅਸੀਂ ਬੱਚਿਆਂ ਨੂੰ ਦਿੰਦੇ ਹਾਂ ਜਾਂ ਇਸੇ ਤਰ੍ਹਾਂ ਇਹਦੀ ਡੋਜ਼ ਜੇ ਕੈਲਕੂਲੇਟਡ ਜਿਸ 'ਚ ਅਡਲਟ ਡੋਜ਼ 500 ਤੋਂ 650 ਨਾਰਮਲ ਹੀ ਗਿਣੀ ਜਾਂਦੀ ਹੈ ਕਿ ਤੁਹਾਡੇ ਸਰੀਰ ਦੀ ਕਿਹੋ ਜਿਹਾ ਤੁਹਾਡਾ ਭਾਰ ਹੈ, ਕਿੰਨਾ ਉਹਦੇ ਹਿਸਾਬ ਨਾਲ ਹੀ ਇਹ ਗੋਲੀ ਦਿੱਤੀ ਜਾਂਦੀ ਹੈ, ਜੋ ਕਿ ਡੇਂਜਰਸ ਸਿਰਫ ਤਾਂ ਹੈ ਜੇ ਤੁਸੀਂ ਪ੍ਰਿਸਕ੍ਰਾਈਬਡ ਡੋਜ਼ ਤੋਂ ਕਿਤੇ ਵੱਧ ਲੈ ਜਾਓ ਵੀ ਅਸੀਂ ਜੀ 10 ਗੋਲੀਆਂ ਖਾ ਗਏ ਤਾਂ ਨੈਚੁਰਲੀ ਉਹ ਖਤਰਨਾਕ ਹੋ ਸਕਦੀਆਂ ਨੇ। ਅਦਰਵਾਈਜ਼ ਹੂੰ, ਜਿਵੇਂ ਤੁਹਾਨੂੰ ਮੈਂ ਦੱਸਿਆ ਜਿਗਰ ਦੇ ਰੋਗਾਂ ਲਈ ਇਹ ਨਹੀਂ ਜਾਂ ਕਈ ਜਿਵੇਂ ਉਸ ਹਿਸਾਬ ਨਾਲ ਜਿਨ੍ਹਾਂ ਨੂੰ ਕੋਈ ਨੁਕਸ ਜਾਂ ਕਿਸੇ ਨੂੰ ਅਲਰਜੀ ਇਸ ਚੀਜ਼ ਤੋਂ ਹੈ, ਉਹਨਾਂ ਨੂੰ ਅਵੋਇਡ ਕਰਨ ਦੀ ਲੋੜ ਹੈ, ਵਰਨਾ ਇਹ ਸਗੋਂ ਐਂਟੀਬਾਇਓਟਿਕਸ ਨਾ ਲੈਣੀਆਂ ਹੋਣ, ਉਸ ਪੱਖੋਂ ਪਹਿਲਾਂ ਹਮੇਸ਼ਾ ਕਰੋਸਿਨ ਹੀ ਚੱਲਿਆ ਕਰਦੀ ਸੀ, ਪੈਰਾਸੀਟਾਮੋਲ ਹੀ ਚੱਲਿਆ ਕਰਦੀ ਸੀ। ਕਿਸੇ ਹੋਰ ਕੰਪਨੀ ਨੇ ਆਪਣੀ ਮਸ਼ਹੂਰੀ ਕਰਾ ਲਈ ਤਾਂ ਉਹਨੇ ਚਲਾ ਲਈ, ਯਾਨੀ ਵੱਖੋ ਵੱਖਰੀਆਂ ਕੰਪਨੀਆਂ ਮੈਕਫਾਸਟ ਜੇ ਏਦਾਂ ਪੈਰਾਸੀਟਾਮੋਲ ਦੀਆਂ ਹੀ ਅਨੇਕ ਕੰਪਨੀਆਂ ਬਣਾ ਰਹੀਆਂ ਨੇ, ਜਿਹੜਾ ਵੱਖੋ ਵੱਖਰੇ ਤਰੀਕੇ ਓਵਰ ਦੀ ਕਾਊਂਟਰ ਆਪਣਾ ਇਹ ਦੇ ਸਕਦੀਆਂ ਨੇ ਤੇ ਇਹਦੇ ਤੇ ਰੋਕ ਵੀ ਨਹੀਂ ਹੈ। ਦੁਨੀਆ ਭਰ ਵਿੱਚ ਇਹੀ ਐਸੀਟਾਮਾਈਨੋਫੈਨ ਵਿਕਦੀ ਜੇ ਤੇ ਆਪਣੇ ਆਪ ਹੂੰ। ਮਰੀਜ਼ ਲੈ ਕੇ ਖਾ ਸਕਦੇ। ਹੂੰ, ਮਤਲਬ ਜਿਵੇਂ ਹੁਣ ਕਹਿ ਲਓ ਕਿ ਕਈਆਂ ਨੂੰ ਏਦਾਂ ਹੁੰਦਾ ਹੈ ਕਿ ਜਾ ਕੇ ਕੈਮਿਸਟ ਦੇ ਕੋਲੋਂ ਡੋਲੋ ਦਾ ਪੱਤਾ ਲੈ ਲੈਂਦੇ ਨੇ। ਉਹਨੂੰ ਜੇ ਸਰੀਰ 'ਚ ਪੀੜਾਂ ਹੁੰਦੀਆਂ ਤੇ ਹਰ ਰੋਜ਼ ਵਾਂਗੂ ਖਾਈ ਜਾਂਦੇ ਨੇ, ਹਰ ਰੋਜ਼ ਇੱਕ ਲੈ ਲੈਂਦੇ ਨੇ। ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਫਿਰ ਏਦਾਂ ਲੱਗਦਾ ਕਿ ਇੱਕ ਡੋਜ਼ ਦੇ ਨਾਲ ਸਾਡਾ ਕੰਮ ਸੈੱਟ ਆ ਤੇ ਉਹ 10-15 ਦਿਨ ਜਿੰਨੇ ਕੁ ਦਿਨ ਦੀ ਡੋਜ਼ ਹੁੰਦੀ ਆ, ਉਹ ਖਾਈ ਜਾਂਦੇ ਨੇ ਲਗਾਤਾਰ। ਇਹਦਾ ਕੀ ਨੁਕਸਾਨ ਹੈ? ਮਤਲਬ ਕਿ ਇਹਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪ੍ਰਿਸਕ੍ਰਿਪਸ਼ਨ ਹੋਣੀ ਚਾਹੀਦੀ ਆ, ਕਿੰਨਾ ਕੁ ਸਮੇਂ ਬਾਅਦ ਲੈਣੀ ਚਾਹੀਦੀ ਹੈ ਜਾਂ ਕਿੰਨਾ ਕੁ ਵਿੱਚ ਟਾਈਮ ਪੀਰੀਅਡ ਰੱਖਣਾ ਚਾਹੀਦਾ ਹੈ? ਦੇਖੋ ਪਹਿਲੀ ਗੱਲ ਤਾਂ ਇਹ ਬੇਲੋੜੀ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ। ਤੁਹਾਨੂੰ ਇੱਕ ਅੱਧ ਵੇਲੇ ਜਿਵੇਂ ਫਰਜ਼ ਕਰੋ ਲੋੜ ਪਈ ਹੈ, ਤੁਸੀਂ ਇਹ ਲੈ ਸਕਦੇ ਹੋ। ਜੇ ਤੁਹਾਨੂੰ ਲੱਗਦਾ ਸਿੰਪਟਮ ਫਿਰ ਹੋਏ ਮਾੜਾ ਜਿਹਾ ਵਾਇਰਲ ਹੈ, ਅਗਲੇ ਦਿਨ ਫਿਰ ਲੈਣੀ ਪਈ। ਪਰ ਜੇ ਤੁਹਾਨੂੰ 48 ਘੰਟੇ ਬਾਅਦ ਵੀ ਇਹਦੀ ਲੋੜ ਮਹਿਸੂਸ ਹੋ ਰਹੀ ਹੈ, ਲੈਣੀ ਹੈ ਤਾਂ ਬਿਲਕੁਲ ਨਾ ਲਓ। ਪਹਿਲਾਂ ਚੈੱਕ ਕਰਾਓ ਕਿ ਆਖਰ ਹੋ ਕੀ ਰਿਹਾ। ਕੀ ਬਿਮਾਰੀ ਜੇ? ਹੂੰ, ਤੁਹਾਨੂੰ ਕੋਈ ਮਲੇਰੀਆ ਹੋ ਰਿਹਾ, ਤੁਹਾਨੂੰ ਡੇਂਗੀ ਹੋ ਰਿਹਾ, ਤੁਹਾਨੂੰ ਕੋਈ ਟਾਈਫਾਇਡ ਹੋ ਰਿਹਾ, ਕੀ ਹੈ ਕੀ? ਕੋਈ ਕਿਸ ਤਰੀਕੇ ਦੀ ਕੋਈ ਬੈਕਟੀਰੀਅਲ ਇਨਫੈਕਸ਼ਨ ਹੈ, ਕੋਈ ਛਾਤੀ 'ਚ ਕੋਈ ਨਿਮੋਨੀਆ ਬਣ ਗਿਆ, ਕੋਈ ਆਖਰ ਚੀਜ਼ ਕੀ ਪਿਸ਼ਾਬ 'ਚ ਪੀਕ ਹੈ। ਬਹੁਤ ਸੀ ਅਣਗਿਣਤ ਨੇ ਕਾਰਨ ਜਿਹੜੇ ਜਿਨ੍ਹਾਂ ਨਾਲ ਬੁਖਾਰ ਹੋ ਸਕਦਾ ਹੈ। ਸੋ ਉਸ ਕਾਰਨ ਨੂੰ ਜ਼ਰੂਰ ਲੱਭਣਾ ਚਾਹੀਦਾ। ਡੋਲੋ ਜਾਂ ਕੋਈ ਵੀ ਪੈਰਾਸੀਟਾਮੋਲ ਦੀ ਜਿਹੜੀ ਦਵਾਈ ਜੇ ਵਕਤੀ ਆਰਾਮ ਤੁਹਾਨੂੰ ਦੇ ਸਕਦੀ, ਪਰ ਇਹ ਇਲਾਜ ਨਹੀਂ ਹੈ। ਇਲਾਜ ਕਰਵਾਉਣਾ ਹੂੰ। ਬਹੁਤ ਜ਼ਰੂਰੀ ਜੇ। ਇਹ ਸਿਰਫ ਉਹ ਸਮਾਂ ਟਪਾਉਣ ਲਈ ਹੁੰਦਾ ਜੇ ਕਿ ਦੇ ਦਵੋ, ਪਰ ਅੱਗੋਂ ਜ਼ਰੂਰੀ ਜੇ ਕਿ ਆਪਣਾ ਚੈੱਕਅਪ ਕਰਾਓ ਕੀ ਬਿਮਾਰੀ ਹੈ, ਉਸ ਹਿਸਾਬ ਨਾਲ ਫਿਰ ਉਹਦੀ ਦਵਾਈ ਨਾਲ ਲੈਣੀ ਜ਼ਰੂਰੀ ਜੇ। ਹੂੰ, ਬਿਲਕੁਲ। ਇਹ ਕਹਿ ਸਕਦੇ ਆ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ, ਕੋਈ ਵੀ ਗੋਲੀ ਜਿਹੜੀ ਆ ਉਹ ਨਹੀਂ ਲੈਣੀ ਚਾਹੀਦੀ ਕਿਉਂਕਿ ਉਹ ਉਹਨਾਂ ਨੂੰ ਪਤਾ ਹੁੰਦਾ ਜਾਂ ਉਹ ਚੈੱਕਅਪ ਵਗੈਰਾ ਕਰਾਉਂਦੇ ਨੇ, ਉਸ ਤੋਂ ਬਾਅਦ ਉਹ ਦੱਸਦੇ ਨੇ ਕਿ ਆਹ ਡੋਜ਼ ਤੁਸੀਂ ਲੈ ਲਓ, ਇੰਨੇ ਟਾਈਮ ਲੈਣੀ ਹੈ, ਇੰਨੇ ਦਿਨ ਲੈਣੀ ਹੈ, ਉਸ ਤੋਂ ਵੱਧ ਨਹੀਂ ਲੈਣੀ ਤਾਂ ਕਿ ਉਹ ਤੁਹਾਡੇ ਉੱਤੇ ਕੋਈ ਮਾੜਾ ਪ੍ਰਭਾਵ ਨਾ ਪਾਵੇ। ਬਿਨਾਂ ਡਾਕਟਰ ਦੀ ਸਲਾਹ ਤੋਂ ਜੇ ਲਓਗੇ ਤਾਂ ਨੀਮ ਹਕੀਮ ਖਤਰਾ ਜਾਣ ਵਾਲਾ ਕੰਮ ਹੋ ਜਾਂਦਾ। ਇਸ ਕਰਕੇ ਜ਼ਰੂਰੀ ਇਹ ਹੋ ਜਾਂਦਾ ਕਿ ਡੋਲੋ ਕੋਈ ਖਤਰਨਾਕ ਨਹੀਂ, ਜਿਵੇਂ ਮੈਮ ਉਹਨਾਂ ਨੇ ਦੱਸਿਆ। ਸਿਰਫ ਇਹ ਹੈ ਕਿ ਡਾਕਟਰ ਦੀ ਸਲਾਹ ਨਾਲ ਜਿੰਨੀ ਕੁ ਡੋਜ਼ ਚਾਹੀਦੀ ਹੈ, ਉਨੀ ਕੁ ਲੈਣੀ ਚਾਹੀਦੀ ਹੈ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਸਵਾਲ ਕੁਝ ਤੁਹਾਡੇ ਮਨ ਦੇ ਵਿੱਚ ਹੋਣੇ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ।